Hi guys, this is Harpreet Singh. Welcome back to the channel Mr. Singh Educations. Welcome to the Indian polity classes for all the competitive exams. Students, here you get all the political notes which are very helpful for you in your exams. ਸੋ ਗਾਇਜ਼ ਜਿਵੇਂ ਕਿ ਆਪਾਂ ਪਹਿਲਾਂ ਕਰ ਰਹੇ ਸੀ ਟੌਪਿਕ ਵਾਈਜ਼ ਆਪਾਂ ਜਿਹੜੇ ਹੈਗੇ ਟੌਪਿਕ ਚੱਕ ਰਹੇ ਸੀ ਪੋਲਿਟੀ ਦੇ ਨਾਲ ਰਿਲੇਟਡ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਹੈ, ਹਿਸਟੋਰੀਕਲ ਬੈਕਗਰਾਉਂਡਸ ਬਾਰੇ ਆਪਾਂ ਗੱਲ ਕਰ ਲਈ। ਤਾਂ ਅੱਜ ਆਪਾਂ ਸਭ ਤੋਂ ਪਹਿਲਾਂ ਹੁਣ ਗੱਲ ਕਰਾਂਗੇ ਜਿਹੜਾ ਸਭ ਤੋਂ ਪਹਿਲਾਂ ਆਪਣਾ ਟੌਪਿਕ ਹੈਗਾ, ਟੌਪਿਕ ਹਿਸਟੋਰੀਕਲ ਬੈਕਗਰਾਉਂਡ ਤੋਂ ਬਾਅਦ ਜਿਹੜਾ ਆਪਾਂ ਟੌਪਿਕ ਸਟਾਰਟ ਕਰਨਾ ਉਹ ਹੈਗਾ ਪ੍ਰੀਐਂਬਲ। ਪ੍ਰੀਐਂਬਲ ਨੂੰ ਪੰਜਾਬੀ ਦੇ ਵਿੱਚ ਆਪਾਂ ਪ੍ਰਸਤਾਵਨਾ ਕਹਿ ਦਈਏ, ਠੀਕ ਹੈ। ਪ੍ਰੀਐਂਬਲ ਜਾਂ ਪ੍ਰਸਤਾਵਨਾ ਕੀ ਚੀਜ਼ ਹੁੰਦੀ ਹੈ? ਪ੍ਰੀਐਂਬਲ ਇੱਕ ਉਹ ਚੀਜ਼ ਹੁੰਦਾ ਹੈ, ਇੱਕ ਉਹ ਸਟੇਟਮੈਂਟ ਹੈ ਜਿਹੜੀ ਕਿ ਆਪਣੇ ਮਤਲਬ ਕਿ ਨਾ ਵੀ ਇੱਕ ਚੀਜ਼ ਦੀ ਡਿਸਕ੍ਰਿਪਸ਼ਨ ਹੈ, ਮਤਲਬ ਆਪਾਂ ਨੂੰ ਦੱਸਦਾ ਵੀ ਉਹਦੇ ਵਿੱਚ ਆਪਾਂ ਨੂੰ ਕੀ ਕੀ ਚੀਜ਼ਾਂ ਮਿਲਣਗੀਆਂ। ਇੱਕ ਪ੍ਰੀਫੇਸ ਹੈ ਆਪਾਂ ਨੂੰ ਸਭ ਤੋਂ ਪਹਿਲਾਂ, ਜਿਵੇਂ ਹੁਣ ਆਪਾਂ ਕੀ ਹੈ ਵਿਸ਼ਾ ਵਸਤੂ ਆਪਾਂ ਕਹਿ ਦਈਏ ਵੀ ਵਿਸ਼ਾ ਵਸਤੂ ਕੀ ਹੈ ਉਸਦਾ। ਆਪਾਂ ਕਿਵੇਂ ਕੋਈ ਬੁੱਕ ਪਰਚੇਜ਼ ਕਰਦੇ ਹਾਂ ਤਾਂ ਬੁੱਕ ਪਰਚੇਜ਼ ਕਰੇਗਾ ਤਾਂ ਉਹਦੇ ਸਭ ਤੋਂ ਪਹਿਲਾਂ ਕੀ ਪ੍ਰੀਫੇਸ ਲਿਖਿਆ ਹੁੰਦਾ ਨਾ, ਪ੍ਰੀਫੇਸ ਵਿੱਚ ਦੱਸਿਆ ਹੁੰਦਾ ਵੀ ਕਿੰਨੇ ਕਿੰਨੇ ਦੀ ਹੈਲਪਫੁਲ ਕੀਤੀ, ਠੀਕ ਹੈ, ਹੈਲਪ ਕੀਤੀ ਬੁੱਕ ਦੇ ਵਿੱਚ ਬਣਾਉਣ ਦੇ ਵਿੱਚ, ਇਹ ਬੁੱਕ ਦੇ ਵਿੱਚ ਕੀ ਕੰਟੈਂਟ ਹੈਗਾ, ਇੰਸਪੀਰੇਸ਼ਨ ਕਿੱਥੋਂ ਮਿਲੀ ਬੁੱਕ ਬਣਾਉਣ ਦੀ। ਤਾਂ ਸੇਮ ਹੀ ਜਿਹੜਾ ਹੈਗਾ ਪ੍ਰੀਐਂਬਲ ਵੀ ਉਹੀ ਚੀਜ਼ ਹੈ। ਪ੍ਰੀਐਂਬਲ ਦੇ ਵਿੱਚ ਕੀ ਦੱਸਿਆ ਜਾਂਦਾ ਵੀ ਆਪਣਾ ਜਿਹੜਾ ਹੈ ਪ੍ਰੀਐਂਬਲ ਹੈ, ਪ੍ਰਸਤਾਵਨਾ ਹੈ, ਪ੍ਰਸਤਾਵਨਾ ਕੀ ਦੱਸਦੀ ਹੈ, ਕੀ ਆਪਾਂ ਨੂੰ ਜਿਹੜੀ ਹੈਗੀ ਡਿਪਿਕਟ ਕਰਦੀ ਹੈ ਆਪਣਾ ਸੰਵਿਧਾਨ ਕਿਸ ਤਰ੍ਹਾਂ ਦਾ ਹੈਗਾ, ਠੀਕ ਹੈ। ਤਾਂ ਆਪਣੇ ਸੰਵਿਧਾਨ ਦੇ ਬਾਰੇ ਜੋ ਵੀ ਇੱਕ ਆਈਡੈਂਟਿਟੀ ਆਪਾਂ ਨੂੰ ਦੱਸਦੀ ਹੈ ਉਹ ਕੌਣ ਦੱਸਦਾ ਹੈ? ਆਪਣੀ ਪ੍ਰਸਤਾਵਨਾ ਦੱਸਦੀ ਹੈ, ਫਿਰ ਪ੍ਰੀਐਂਬਲ ਆਪਾਂ ਨੂੰ ਦੱਸਦਾ ਹੈ, ਠੀਕ ਹੈ। ਤਾਂ ਆਈ ਹੋਪ ਗਾਈਜ਼ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਗਿਆ ਹੋਏਗਾ ਪ੍ਰੀਐਂਬਲ ਆਪਾਂ ਵੈਸੇ ਲਿਖਿਆ ਹੀ ਹੈ, ਬਟ ਥੰਬਨੇਲ 'ਤੇ ਆਪਾਂ ਕੀ ਹੈਗਾ ਇੱਕ ਉਹਨੇ ਪਿਕਚਰ ਵੀ ਲਗਾਈ ਹੋਈ ਹੈ ਪ੍ਰੀਐਂਬਲ ਦੀ, ਆਪਾਂ ਪ੍ਰੀਐਂਬਲ ਕਹਿੰਦਾ ਕੀ ਹੈ, ਠੀਕ ਹੈ। ਨੋਟਸ ਵਿੱਚ ਤੁਹਾਨੂੰ ਕੀ ਹੈ ਹਿੰਦੀ ਇੰਗਲਿਸ਼ ਅਤੇ ਪੰਜਾਬੀ ਦੋਨਾਂ ਵਿੱਚ ਮਿਲ ਜੂਗੇ। ਤਾਂ ਇੱਕ ਹੁਣ ਆਪਾਂ ਥੰਬਨੇਲ 'ਤੇ ਕੀ ਲਗਾਇਆ ਹੈ, ਫੋਟੋ ਲਗਾਈ ਹੋਈ ਵੋਟ। ਇਹ ਤਾਂ ਮਤਲਬ ਕੀ ਹੈ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਰਸਨ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ, ਇਰਰਿਸਪੈਕਟਿਵ ਆਫ ਰਿਲੀਜਨ, ਰੇਸ, ਜੈਂਡਰ ਐਟਸੈਕਟਰਾ, ਠੀਕ ਹੈ। ਤਾਂ ਉਹਦੇ ਬੇਸ 'ਤੇ ਆਪਾਂ ਕੁਛ ਨਹੀਂ ਕਹਿੰਦੇ, ਠੀਕ ਹੈ। ਜੋ ਵੀ ਪਰਸਨ ਹੈਗਾ 18 ਤੋਂ ਵੱਧ ਹੈਗਾ, ਠੀਕ ਹੈ, ਜਿਹਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਉਹ ਕੀ ਵੋਟ ਪਾ ਸਕਦਾ, ਜਿਹਨੂੰ ਕਿ ਆਪਾਂ ਕਹਿ ਦੇਗਾ ਯੂਨੀਵਰਸਲ ਅਡਲਟ ਫਰੈਂਚਾਈਜ਼, ਠੀਕ ਹੈ। ਜਦੋਂ ਪਰਸਨ ਯੂਨੀਵਰਸਲ ਮਤਲਬ ਸਾਰਿਆਂ ਵਾਸਤੇ ਇੱਕੋ ਬਰਾਬਰ ਹੈ। ਅਡਲਟ ਦਾ ਮਤਲਬ ਜਦੋਂ 18+ ਹੋ ਜਾਂਦੀ ਪਰਸਨ ਕੀ ਪਰਸਨ ਨੂੰ ਅਡਲਟ ਕੰਸੀਡਰ ਕੀਤਾ ਜਾਂਦਾ। ਫਰੈਂਚਾਈਜ਼ ਦਾ ਮਤਲਬ ਕੀ ਹੁੰਦਾ ਵੋਟ ਪਾਉਣ ਦਾ ਅਧਿਕਾਰ, ਠੀਕ ਹੈ। ਤਾਂ ਉੱਪਰ ਇੱਕ ਹੋਰ ਕੀ ਆਪਾਂ ਜਿਹੜਾ ਲਗਾਇਆ ਹੈ ਹਿੰਦੂ, ਸਿੱਖ, ਮੁਸਲਿਮ, ਠੀਕ ਹੈ, ਅਲੱਗ ਧਰਮਾਂ ਦੇ ਲੋਕ ਲਗਾਏ ਨੇ। ਇਹਦਾ ਮਤਲਬ ਕੀ ਹੈਗਾ ਹੈ, ਆਪਾਂ ਜੇ ਪ੍ਰੀਐਂਬਲ ਜਦੋਂ ਕਰਾਂਗੇ ਨਾ, ਹੁਣ ਪ੍ਰੀਐਂਬਲ ਦੇ ਵਿੱਚ ਅੱਜ ਆਪਾਂ ਕੀ ਕਰਾਂਗੇ, ਆਪਣਾ ਜਿਹੜਾ ਹੈਗਾ ਨਾ ਇੰਡੀਆ ਸੈਕੂਲਰ ਨੇਚਰ ਹੈਗਾ, ਠੀਕ ਹੈ। ਅਤੇ ਸੈਕੂਲਰ ਨੇਚਰ ਦੇ ਵਿੱਚ ਇਹ ਹੈਗਾ ਵੀ ਆਪਾਂ ਕਿਸੇ ਵੀ ਰਿਲੀਜਨ ਨੂੰ ਮੰਨ ਸਕਨੇ, ਸਾਰਿਆਂ ਰਿਲੀਜਨ ਨੂੰ, ਸਾਰਿਆਂ ਧਰਮਾਂ ਨੂੰ ਕੀ ਬਰਾਬਰ ਦਾ ਦਰਜਾ ਦਿੱਤਾ ਹੈ ਆਪਣੇ ਸੰਵਿਧਾਨ ਨੇ, ਠੀਕ ਹੈ। ਕੋਈ ਧਰਮ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਾਰੇ ਬਰਾਬਰ ਹੈਗੇ ਨੇ, ਠੀਕ ਹੈ। ਸਾਰਿਆਂ ਵਾਸਤੇ ਨਿਯਮ ਜਿਹੜੇ ਹੈਗੇ ਨੇ, ਰੂਲਸ ਹੈਗੇ, ਰੈਗੂਲੇਸ਼ਨ ਹੈਗੇ, ਸਾਰੇ ਬਰਾਬਰ ਹੋਣਗੇ, ਠੀਕ ਹੈ। ਸੋ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਅੱਜ ਜਿਹੜਾ ਕਰਨਾ ਹੈਗਾ ਉਹ ਕਰਨਾ ਆਪਾਂ ਸੰਵਿਧਾਨ ਬਾਰੇ। ਸਭ ਤੋਂ ਪਹਿਲਾਂ ਆਪਾਂ ਸੰਵਿਧਾਨ ਪੜ੍ਹ ਲੈਂਦੇ ਹਾਂ, ਸੰਵਿਧਾਨ ਆਪਣਾ ਕਿਸ ਬਾਰੇ ਗੱਲ ਕਰਦਾ ਹੈਗਾ, ਠੀਕ ਹੈ। ਸੰਵਿਧਾਨ ਦੇ ਵਿੱਚ ਕੌਨਸਟੀਟਿਊਸ਼ਨ ਆਫ ਇੰਡੀਆ ਪ੍ਰੀਐਂਬਲ, ਠੀਕ ਹੈ। ਪੰਜਾਬੀ ਦੇ ਵਿੱਚ ਆਪਾਂ ਤੁਹਾਨੂੰ ਨੋਟਸ ਵਿੱਚ ਪ੍ਰੋਵਾਈਡ ਕਰ ਦਾਂਗਾ, ਟੈਲੀਗ੍ਰਾਮ 'ਤੇ ਵੀ ਕਰ ਦਾਂਗਾ, ਠੀਕ ਹੈ। ਹੁਣ ਇਹਦੇ ਵਿੱਚ ਗੱਲ ਕੀਤੀ ਗਈ ਹੈ ਆਪਣਾ ਸੰਵਿਧਾਨ ਕੀ ਗੱਲ ਕਰਦਾ ਹੈ, ਵੀ ਦ ਪੀਪਲ ਆਫ ਇੰਡੀਆ ਹੈਵਿੰਗ solemnly resolved to constitute India into a sovereign socialist secular democratic republic, ਠੀਕ ਹੈ। ਤਾਂ ਹੁਣ ਉਹ ਕਹਿੰਦੇ ਨੇ ਵੀ ਅਸੀਂ ਕੀ ਹੈ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਕੀ ਹੈ ਜਿਹੜਾ ਹੈਗਾ ਸੋਵਰਨ ਸਟੇਟ ਮੰਨਦੇ ਹਾਂ, ਠੀਕ ਹੈ। ਹੁਣ ਸੋਵਰਨ ਦਾ ਮਤਲਬ ਕੀ ਹੁੰਦਾ ਪ੍ਰਭੂ ਸੱਤਾ, ਠੀਕ ਹੈ, ਪ੍ਰਭੂ ਸੱਤਾ, ਠੀਕ ਹੈ। ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰੀ ਅਤੇ ਗਣਤੰਤਰ ਦੇਸ਼ ਘੋਸ਼ਿਤ ਕਰਦੇ ਆ, ਠੀਕ ਹੈ। ਮਤਲਬ ਕਿ ਇਹ ਕਿ ਆਪਣੇ ਦੇਸ਼ ਦੇ ਲੋਕਾਂ ਨੇ ਹੀ ਕਿਹਾ ਕਿਵੇਂ, ਇਹ ਆਪਣਾ ਸੰਵਿਧਾਨ ਆਪਾਂ ਨੂੰ ਦੱਸਦਾ ਹੈ, ਆਪਣੀ ਪ੍ਰਸਤਾਵਨਾ ਜਿਹੜੀ ਸੰਵਿਧਾਨ ਦੀ ਪ੍ਰਸਤਾਵਨਾ ਦੱਸਦੀ ਵੀ ਇਹ ਜਿਹੜੇ ਭਾਰਤ ਦੇ ਲੋਕ ਕਹਿ ਰਹੇ ਨੇ ਅਸੀਂ ਸਾਡਾ ਦੇਸ਼ ਕਿਸ ਤਰ੍ਹਾਂ ਦੇ ਗਏ। ਐਂਡ ਟੂ ਸਿਕਿਓਰ ਆਲ ਦ ਇਟਸ ਸਿਟੀਜ਼ਨਸ ਜਸਟਿਸ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ, ਠੀਕ ਹੈ। ਹੁਣ ਕੀ ਇਹ ਹੈਗੀਆਂ ਨੇ ਉੱਪਰ ਵਾਲੇ ਜਿਹੜੇ ਹੈਗੇ ਨੇ ਆਈਡੀਅਲਸ ਹੈਗੇ ਨੇ, ਵੀ ਇਹ ਜਿਹੜੇ ਹੈਗੇ ਨੇ ਆਪਣੇ ਸੰਵਿਧਾਨ ਦੇ ਆਈਡੀਅਲਸ ਹੈਗੇ ਨੇ, ਵੀ ਆਪਣਾ ਆਈਡਲ ਇਹ ਹੈਗਾ ਵੀ ਆਪਾਂ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋ ਜੋ ਵੀ ਕਾਨੂੰਨ ਬਣਾਉਣਾ ਇਹਨਾਂ ਨੂੰ ਬਣਾਉਣਾ। ਆਈਡਲਸ ਕਿਹੜੇ ਹੈਗੇ ਨੇ? 5 ਆਈਡਲਸ ਹੈਗੇ ਨੇ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਅਤੇ ਰਿਪਬਲਿਕ। ਇਹ 5 ਆਈਡਲਸ ਹੈਗੇ ਨੇ। ਹੁਣ ਇਹਦੇ ਆਈਡਲਸ ਬਾਅਦ ਕੀ ਆਪਣੇ ਕੋਲ ਇੰਸਪੀਰੇਸ਼ਨ ਮਤਲਬ ਕਿ ਆਪਣੇ ਐਸਪੀਰੇਸ਼ਨਸ ਆ ਜਾਂਦੀਆਂ। ਐਸਪੀਰੇਸ਼ਨਸ ਕੀ ਹੁੰਦੀਆਂ? ਮਤਲਬ ਆਪਾਂ ਕਹਿ ਗਏ ਸੁਪਨਾ ਹੈਗਾ ਆਪਣਾ, ਵੀ ਆਪਣਾ ਸੁਪਨਾ ਜਿਹੜਾ ਹੈਗਾ ਅਸੀਂ ਸਾਕਾਰ ਕਰਨਾ। ਉਹ ਕੀ ਸਾਕਾਰ ਕਰਨਾ? ਜਸਟਿਸ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਜਸਟਿਸ ਹਰੇਕ ਪਰਸਨ ਨੂੰ ਮਿਲੇ। ਲਿਬਰਟੀ ਆਫ ਥੋਟ, ਠੀਕ ਹੈ, ਹਰੇਕ ਪਰਸਨ ਲਿਬਰਟੀ ਆਜ਼ਾਦੀ ਮਿਲੇ, ਉਹ ਸੋਚ ਸਕੇ, ਐਕਸਪ੍ਰੈਸ ਕਰ ਸਕੇ, ਆਦਾ ਐਕਸਪ੍ਰੈਸ਼ਨ ਜਿਹੜਾ ਹੈਗਾ ਐਕਸਪ੍ਰੈਸ ਕਰ ਸਕੇ। ਬਿਲੀਵ
किसी ने मान सके, फेथ विश्वास रखे, वर्शिप मतलब कि किसी की प्रार्थना कर सके। अगे गल करता है इक्वालिटी ऑफ स्टेटस एंड अपॉर्चुनिटी एंड टू प्रमोट द अमंग ऑल ऑफ दैम। ठीक है, हुण की मतलब की है इक्वालिटी किन्होंने देनी है, मतलब स्टेटस के स्टेटस सारे इक्वालिटी भी प्रदान करनी है, सारे बराबरता का अधिकार। ਜਿਹੜੇ वर्ग पिछड़े वर्ग है ने उन्होंने की है आप की सरकार जी है उन्होंने स्पैशल रिजर्वेशन देगी। ठीक है, उन्होंने वास्ते जो स्पैशल कोई ना कोई एक्ट्स बनाएगी जिन्होंने करके कि वो जोड़े बाकी कम्यूनिटीज़ जी अपर कास्ट पीपल है उन्होंने बराबर आके खड़े हो सकन। ठीक है, अपॉर्चुनिटी हर एक पास अपॉर्चुनिटी दी जाएगी। ठीक है, उन्होंने हरेक सेवा के उन्होंने सारे की है जोड़ा हिस्सा लैन का अधिकार है। अगे गल है फ्रैटर्निटी एश्योरिंग द डिग्निटी ऑफ द इंडिविजुअल एंड द यूनिटी इंटीग्रिटी ऑफ द नेशन। फ्रैटर्निटी का मतलब है भाईचारा। ठीक है, हम भाईचारा बना के रखना है, ये सारा काम की जोड़ा अपना की प्रस्तावना कहती है। तो प्रस्तावना की अपने संविधान दे मतलब की है प्रीफेस है, एक आप गल कर दी भी एक आइडेंटिटी की भी हाँ इस तरह साडा संविधान है। इन आवर कॉन्स्टिट्यूएंट असैम्बली this 26th day of November 1949 do hereby adopt enact and give to ourselves this constitution। हुण की है वो गल कर रहे सब प्रस्तावना ही अपनी गल करती है 26 नवंबर 1949 ਦੇ ਵਿੱਚ ਆਪਣੇ संविधान ਨੂੰ ਜਿਹੜਾ ਹੈਗਾ ਵੀ ਅਦੇ ਆਪਣੇ देश का संविधान ਜਿਹੜਾ बन गया पूरी तरह तैयार हो गया तो ਉਹਨੂੰ कि ਆਪਾਂ ਜਿਹੜਾ ਹੈਗਾ ਆਪਾਂ अपनाया। ठीक है, अपने देश ਦੇ ਵਿੱਚ अपनाया। सो आई होप गाइज तुहानूं प्रस्तावना बारे थोड़ा समझ लग गया होगा। ठीक है, प्रस्तावना के तुसीं फीचर्स ध्यान च रखने ने। हुण आपां गल करते प्रस्तावना चीज़ की है, उनके डेफिनेशनस की डेफिनेशन हो सकती है, तो ये सारा कुछ आप गल करांगे। आ हैगा पंजाबी दे विच। ठीक है, पंजाबी दे विच जिन्ना पढ़ना है वो पंजाबी दे विच भी पढ़ सकते हैं। आई होप गाइज वैसे थोड़ा बहुत तुहानूं ट्रांसलेट करके दस ही दिता मैं, फिर भी जे किसी की होई इच्छा तो इत्थों पढ़ सकते हो, तो तुहानूं टैलीग्राम भी आपां प्रोवाइड कर देंगे। हौली हौली थोड़ा कोशिश कर रहे हैं भी मैं तुहानूं जिहड़ा है टैलीग्राम का लिंक जिहड़ा है डिस्क्रिप्शन दे दा, थोड़े दिन लगणगे। तो हुण की है जिहड़ा है इन पंजाबी दे विच मीनिंग है जिहड़े आपां वर्ड्स कीते ने सोवरेन, सोशलिस्ट, सैकुलर, डेमोक्रेटिक, रिपब्लिक, जस्टिस, लिबर्टी, इक्वालिटी एंड फ्रैटर्निटी, ये सारे जिहड़े वर्ड्स है इन्हां दे पंजाबी दे विच मैं मीनिंग भी लिख के तुहाडे वास्ते ठीक है दिते ने भी तुहानूं जिहड़ा है कोई डिफिकल्टी ना आए। हुण जिवें सोवरेन नूं आपां पंजाबी च की कह दईए प्रभुसत्ता। ठीक है, अगे सोशलिस्ट का मतलब है समाजवादी, सैकुलर का मतलब है धर्मनिरपक्ष, डेमोक्रेटिक का मतलब है लोकतंत्र या फिर लोकतंत्री। ठीक है, लोकतंत्री। अगे गल आ गया रिपब्लिक, रिपब्लिक का मतलब है गणतंत्र, अपना देश गणतंत्र है। ठीक है, जस्टिस न्याय, लिबर्टी आज़ादी, इक्वालिटी समानता, फ्रैटर्निटी भाईचारा। ठीक है, ये सारे वर्ड्स के मीनिंग्स है ने। जे किसी ने कोई भी डाउट हो तो तुम कमेंट सैक्शन के फिर भी दस सकते, तो आप डाउट तुहाडा क्लीयर करांगे नैक्सट क्लास के। सो अज का आप लैक्चर जोड़ा है इतों स्टार्ट करते गए। वट इज़ प्रीएम्बल, प्रीएम्बल की चीज़ है। ठीक है, प्रीएम्बल ऑफ इंडियन कॉन्स्टिट्यूशन। ठीक है, भारतीय संविधान की प्रस्तावना। ठीक है, इन द हेडिंग का मतलब है द अमेरिकन कॉन्स्टिट्यूशन वॉज द फर्स्ट टू बिगन अ प्रीएम्बल, मैनी कंट्रीज इंक्लूडिंग इंडिया फॉलोड दिस प्रैक्टिस। ठीक है, तो सब तो पहला जोड़ा है आप इंस्पायर कितों है प्रीएम्बल लैन तो आप इंस्पिरेशन ली है अमेरिकन कॉन्स्टिट्यूशन के। ठीक है, सब तो पहला हरेक देश का वैसे तो हुण की है जिन्होंने रिटन कॉन्स्टिट्यूशन है उन्होंने प्रस्तावना हैगी, पर यह कंपलसरी नहीं भी उनकी प्रस्तावना होनी ही चाहिए। ठीक है, हुण प्रस्तावना हैगी है उन्होंने अमेरिकन कॉन्स्टिट्यूशन की प्रस्तावना हैगी सी, तो आपां भी की जोड़ा आप भी की जोड़ा अपने देश की प्रस्तावना रखी। ठीक है, बनाई। ठीक है, बनी किवें हुण प्रीएम्बल जो की है प्रीएम्बल एक्चुअल की है जो आप गल की लास्ट क्लासिस आप गल की ऑब्जैक्टिव रेजोल्यूशन मेकिंग ऑफ इंडियन कॉन्स्टिट्यूशन की लास्ट क्लास आई थिंक सो या सैकेंड लास्ट क्लास आप गल की ऑब्जैक्टिव रेजोल्यूशन। ऑब्जैक्टिव रेजोल्यूशन की है जोड़ा उन्होंने की है पंडित जवाहर लाल नेहरू जी ने की अपनी स्पीच दी सी। ठीक है, वो स्पीच जी है उन्होंने ध्यान दे विच रखे हुए उन्होंने ही की जोड़ा है थोड़ा जहा सैट करके उन्होंने ही जोड़ा आप प्रस्तावना का रूप दिता, प्रीएम्बल का रूप दिता। ठीक है, सो आप प्रीएम्बल पढ़ना, प्रीएम्बल है की है इनकी डेफिनेशन की दे सकते आप। द टर्म प्रीएम्बल रेफर्स टू द इंट्रोडक्शन और प्रीफेस टू द कॉन्स्टिट्यूशन। हुण की प्रीएम्बल की है इंट्रोडक्शन है कि इंट्रोडक्शन है संविधान की। ठीक है, एक जान पछाण गल अपनी आप कह देंगे जान पछाण आप करा दी है। ठीक है, अपने संविधान बारे तो अपने संविधान की जान पछाण है। ठीक है, की प्रस्तावना या फिर की प्रीफेस है, प्रीफेस बारे आप पहले गल कर ही ली है।
इट कंटेन्स द समरी और एसेंस ऑफ द कॉन्स्टिट्यूशन। ठीक है, समरी मतलब कि ਆਪਾਂ ਕੀ ਗੱਲ ਕਰਦੇ ਕਿ ਨਾ ਵੀ ਇੱਕ ਸਾਰ ਇੱਕ ਜਿਹੜਾ ਹੈਗਾ ਸੰਵਿਧਾਨ ਦਾ ਆਪਣਾ ਸਾਰਿਆਂ ਦੇ ਵਿੱਚ ਦਿੱਤਾ ਹੈ ਵੀ ਆਪਣੇ ਇਹ ਸੰਵਿਧਾਨ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਕੀ ਕੀ ਤੁਹਾਨੂੰ ਚੀਜ਼ਾਂ ਮਿਲਣਗੀਆਂ ਤੇ ਜਿਹੜੀ ਆਪਣੀ ਐਸਪੀਰੇਸ਼ਨਸ ਹੈਗੀਆਂ ਨੇ ਵੀ ਇਹਨਾਂ ਨੂੰ ਆ ਚੀਜ਼ ਨੂੰ ਜਿਵੇਂ ਕਿ ਆਪਾਂ ਗੱਲ ਕਰਦੇ ਜਸਟਿਸ ਲਿਬਰਟੀ ਇਕੁਐਲਿਟੀ ਫਰੈਟਰਨਿਟੀ ਇਹ ਚੀਜ਼ਾਂ ਨੂੰ ਅਸੀਂ ਕੀ ਹੈ ਐਸਪੀਰੇਸ਼ਨ ਹੈਗੀ ਸਾਡੀ ਸੁਪਨਾ ਹੈਗਾ ਵੀ ਅਸੀਂ ਇਹ ਚੀਜ਼ਾਂ ਨੂੰ ਅਚੀਵ ਕਰੀਏ ਤੇ ਉਸ ਅਕੋਰਡਿੰਗਲੀ ਅਸੀਂ ਕੀ ਜਿਹੜੇ ਕਿ ਕਾਨੂੰਨ ਬਣਾਏ ਹੋਏ ਨੇ। ठीक है, preamble is the dignity identity sorry preamble is the identity card of the constitution। ठीक है, preamble ਹੁਣ ਪ੍ਰਸਤਾਵਨਾ ਆਪਣੀ ਕੀ ਇੱਕ ਆਇਡੈਂਟੀ ਕਾਰਡ ਹੈਗਾ। ਠੀਕ ਹੈ, ਇੱਕ ਪਛਾਣ ਹੈਗੀ ਆਪਣੇ ਸੰਵਿਧਾਨ ਦੀ, ਇਹ ਵੀ ਧਿਆਨ 'ਚ ਰੱਖਣਾ ਹੈ। ਅੱਗੇ ਪ੍ਰਸਤਾਵਨਾ ਬਾਰੇ ਇੱਕ ਹੋਰ ਗੱਲ ਜਿਹੜੀ ਹੈਗੀ ਹੈ ਉਹ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ। The preamble to the Indian Constitution is based on the objective resolution moved by Pandit Jawaharlal Nehru on December 13, 1946। ठीक है, तो आप गल कर ही ली ऑब्जैक्टिव रेजोल्यूशन सी। ठीक है, जिंदे विच कि जेड़ा किन्ना ने ऑब्जैक्टिव रेजोल्यूशन किन्ना लियांदा सी, पंडित जवाहरलाल नेहरू ने 13 दिसंबर 1946 दे विच लियांदा सी एंड अडोप्टेड बाय द कॉन्स्टिट्यूएंट असैंबली ऑन जनवरी 22 1947। तेनों अडोप्ट किया कदों किया अपना ऑब्जैक्टिव रेजोल्यूशन एज अ प्रीएम्बल अडोप्ट कदों किया 22 जनवरी ठीक है 1947 में आप अडोप्ट किया। सो आई होप गाइज तुहानूं इन्ना समझ लग गया होगा। नैक्सट आप अगला पॉइंट के बारे गल करते हैं। द प्रीएम्बल हैज़ बीन अमेंडेड बाय द 42nd कॉन्स्टिट्यूशनल अमेंडमेंट एक्ट 1976 विच एडेड द 3 न्यू वर्ड्स सोशलिस्ट सैक्यूलर एंड इंटीग्रिटी। ठीक है, ये 3 वर्ड्स नूं जिहड़ा कि आपां एड ऑन किया। ठीक है, हुण किहड़े किहड़ी जिहड़ी कि संविधानिक सोध हैगी 42nd कॉन्स्टिट्यूशनल अमेंडमेंट एक्ट 40 मतलब 42वीं सोध के द्वारा आप जिहड़ा है संविधान नूं सोधिया। ठीक है, हुण मतलब ये तो अपन की पता लगता भी आप जिहड़ा है अपने प्रीएम्बल प्रस्तावना सोधिया जा सकता है। पहला मैं संविधान बोलता था सॉरी उनके आप प्रस्तावना की गल कर रहे। ठीक है, तो हुण की है भी प्रीएम्बल इतों अपन पता लगता भी आप प्रीएम्बल नूं प्रस्तावना अपनी नूं कि सोध भी कर सकते पर इहदे वास्ते की है एक बस एक ध्यान च रखना चाहिए प्रस्तावना चेंज करने वाला अपना की ऑब्जैक्टिव रेजोल्यूशन मतलब कि जो अपना की एक बेसिक स्ट्रक्चर है ना संविधान का मतलब बेसिक स्ट्रक्चर वो गल होंगी भी जो मूलभूत सिद्धांत होंगे भी अपना संविधान बनाने के पिछे जो कारण होंगे ना भी आप लोकतंत्रिक बनाना। ठीक है, तो ये जोड़े है ना आइडल्स अपने नहीं चेंज होने चाहिए, इन्हों पर कोई अपना प्रभाव नहीं पैना चाहिए, आप प्रस्तावना भी चेंज कर सकते हैं। ठीक है, तो आप किया भी है 42nd अमेंडमेंट एक्ट 1946 के। ठीक है, सो आई होप गाइज तुहानूं इन्ना समझ लग गया है। तो हुण आपां गल करदे इनग्रेडिएंट्स ऑफ द प्रीएम्बल। इनग्रेडिएंट्स का मतलब होंदा प्रस्तावना दे विच अपन की चीज़ां पाईयां जांदियां ने। ठीक है, किहड़ी अपन चीज़ां उहदे विच आपां की है अपने संविधान दे विच पाने अपने प्रीएम्बल दे विच की चीज़ां दे इलैबोरेशन की चीज़ां लिखी गई हैं। तो सब तो पहली गल है अथॉरिटी ऑफ कॉन्स्टिट्यूशन। तो आप सब तो पहला प्रस्तावना दे विच गल कीती कि अथॉरिटी भी अपने संविधान की अथॉरिटी की। ठीक है, उन्होंने की मकसद की है पिछे द प्रीएम्बल स्टेट्स दैट द कॉन्स्टिट्यूशन डिराइव्स इट्स अथॉरिटी फ्रॉम द पीपल ऑफ इंडिया। तो हुण जिहड़ी ये संविधान जिहड़ा है संविधान अथॉरिटी किन्ने दित्ती है वो दित्ती है पीपल ऑफ इंडिया ने। तो ये गल किहदे विच दसी गई आपां नूं प्रीएम्बल दे विच। ठीक है, पीपल ऑफ इंडिया भारत के लोगों ने ही की अपने संविधान नूं जिहड़ा है अप्रूव किया है। ठीक है, चाहे उन्होंने रिप्रजेंटेटिव्स ने नहीं किया बट इनडायरैक्टली तक ये अपने जिहड़े है देश के लोगों ने ही किया है। ठीक है, तो अपनी अथॉरिटी की है पीपल ऑफ इंडिया। पीपल ऑफ इंडिया ने की जिहड़ा है संविधान नूं अडोप्ट किया है। तो हुण सब तो पहले ये गल होगी ये प्रीएम्बल दे विच दिता है। सैकेंड इनग्रीडियंट की है नेचर ऑफ इंडियन स्टेट। ठीक है, हुण अपने इंडियन स्टेट का नेचर की है नेचर किवें डेमोक्रेटिक है। ठीक है, मोनार्क है डिक्टेटर है किहड़ी कंट्री है। ठीक है, इट डिक्लेयर्स इंडिया टू बी ए सोवरेन सोशलिस्ट सैक्यूलर डेमोक्रेटिक एंड रिपब्लिकन पॉलिटी। ठीक है, तो ये आप वर्ड्स बारे आप गल करांगे इन्होंने आप अगे जिहड़ा है डिटेल दे विच पढ़ांगे। तो तुसीं बस इन्ना ध्यान रखना भी अपने इंडियन स्टेट की जिहड़ा है नेचर किस तरह का है अपना देश जिहड़ा है सोवरेन होवे सोशलिस्ट होवे सैक्यूलर होवे डेमोक्रेटिक होवे ते रिपब्लिक पॉलिटी होवे। अगे थर्ड इनग्रीडियंट बारे आप गल करते थर्ड इंपोर्टेंट पॉइंट जिहड़ा है प्रीएम्बल दे विच की चीज़ पाई जाती वो है द ऑब्जैक्टिव ऑफ द कॉन्स्टिट्यूशन। मतलब कि संविधान बनाने पिछे अपना मकसद की सी ऑब्जैक्टिव की होंदा पिछे आप संविधान बनाने का कारण की है। इट स्पेसिफाइज जस्टिस लिबर्टी इक्वालिटी एंड फ्रैटर्निटी एज द ऑब्जैक्टिव्स। ठीक है, तो हम संविधान बनाने के ऑब्जैक्टिव की गए उन्होंने आप वही गल की एस्पिरेशन की है अपने सुपना की है देश नूं हरेक सैक्टर दे विच जस्टिस प्रदान करनी लिबर्टी
ठीक है, इक्वालिटी तो फ्रैटरनिटी सारे पासे अपने देश के फैलाना, ये जोड़ा है संविधान का मकसद है। ठीक है, अगे जोड़ा है फोर्थ पॉइंट जोड़ा है फोर्थ अपनी जोड़ा है इनग्रीडियंट है वो गल करता डेट ऑफ अडोप्शन ऑफ द कॉन्स्टिट्यूशन। तो डेट जी डेट आप की है जिस डेट में आप संविधान अपनाया और डेट भी अपने प्रीएम्बल दी गई है। ठीक है, तो आई होप गाइज तुहानू याद ही होएगा आप जो प्रीएम्बल पढ़िया तो लास्ट दिता है कंस्टीट्यूएंट असैंबली अडोप्ट एन एक्ट। ठीक है, होप गाइज तुहानू ध्यान च होएगा। ठीक है, तो हुण इहदे की है जोड़ा है इट स्टिपुलेट्स नवंबर 26 1949 एज द डेट। ठीक है, तो अडोप्ट कदों किया आप संविधान नू 26 नवंबर 1949 आप अडोप्ट किया। सो आई होप गाइज तुहानू इनग्रीडियंट्स बारे पता लग जाएगा भी अपने संविधान दे जिहड़े हैगे ने संविधान दे जिहड़ा एक इंट्रोडक्शन हैगी है वो की प्रस्तावना है। तो प्रस्तावना दे विच किहड़े जिहड़े ने इंपोर्टेंट फैक्ट्स जिहड़े पाए जाते हैं जिन्होंने तो आप की जिहड़ा है लर्न कर सकते अपन ईजिली लर्न कर सकते भी संविधान अपना किस तरह देगा। ठीक है, आप उनकी इंट्रोडक्शन जान सकते। ठीक है, अगे गल करते हैं कीवर्ड्स इन द प्रीएम्बल। हुण कीवर्ड्स जिहड़े हैगे ने कीवर्ड्स 5 जिहड़े हैगे ने अपने आइडल्स हैगे ने। आइडल्स मतलब कि इन्होंने तो आप लैके ही चलना है, ये अपने की आइडल्स हैगे ने आप इन्होंने ध्यान दे रखते हुए सारे कानून बनाने। ठीक है, तो आइडल्स किहड़े हैगे ने वो हैगे ने सोवरेन, सोशलिस्ट, सैक्यूलर, डेमोक्रेटिक ते रिपब्लिक, ये अपने 5 आइडल्स हैगे ने। ठीक है, हुण अपने एसपीरेशन की है अपनी जी आप गल करते हैं भी अपना ऑब्जैक्टिव की है संविधान बनाने का वो की है हरेक सैक्टर के हरेक परसन नूं चाहे गरीब है अमीर है जो कुछ है उन्होंने जस्टिस प्रदान करनी, लिबर्टी प्रदान करनी, उन्होंने इक्वालिटी तो फ्रैटरनिटी उन्होंने देनी। ठीक है, ये जो 4 अपने की है इंस्पिरेशन है ने। तो अज की क्लास के आप की गल करांगे अज की क्लास के आप 5 आइडल्स पढ़ लेने। ठीक है, लास्ट जोड़े 4 जोड़े अपने रह गए एसपीरेशनस रह गई, 4 एसपीरेशनस आप कल की क्लास के करांगे तो आप थोड़ा जिहा होर पढ़ांगे भी प्रीएम्बल की इंपोर्टेंस की है, इनका मतलब महत्व की है भी अपने संविधान की रोल अदा करता है अपना प्रीएम्बल। सो आई होप गाइज तुम रेडी होगे तो आप जो स्टार्ट करते सब तो पहला वर्ड जो आप करना है वो है सोवरेन। सोवरेन का मतलब की है प्रभुसत्ता होना। ठीक है, प्रभुसत्ता देश। ठीक है, तो प्रभुसत्ता का मतलब की है सोवरेन का मतलब की है इनके बारे आप पढ़ते हैं। द वर्ड सोवरेन implies that India is neither a dependency nor a dominion of state any other nation। ठीक है, या फिर स्टेट भी आप कह सकते हैं या फिर ऑफ डोमिनियन ऑफ एनी अदर नेशन। ठीक है, बट एन इंडिपेंडेंट स्टेट। सो आप दोबारा फिर पढ़ लेने द वर्ड सोवरेन implies that India is neither a dependency nor a dominion of any other nation but an independent state। ठीक है, तो हम मतलब ये थे की कह रहा है अपनी जी डेफिनेशन सोवरेनिटी का मतलब क्या है ना तो कि अपना भारत देश किसी उपर मतलब किसी देश के उपर निर्भर है जिमें कि आप पहला की है निर्भर है ना ब्रिटिशर्स से, बट हुण आप किसी ते भी निर्भर नहीं गए, ना ही आप अमेरिका से निर्भर है ना ही आप की गए किसी होर कंट्री से निर्भर है, आप सैल्फ रिलायंट है आप जो जो भी काम करना आपदे इंटरस्ट में ध्यान रखते हुए करना है। ठीक है, तो एक होर की है ना तो की है डोमिनियन ऑफ स्टेट है। डोमिनियन ऑफ स्टेट का मतलब की है भी किसी का आगू होना। ठीक है, एक ग्रुप है ग्रुप के आप दूसरी कंट्रीज आप रूल कर रहे हैं वो भी नहीं है। इंडिया की एक सिर्फ इंडिपेंडेंट स्टेट है, वो आज़ाद देश है, तो वो जो करना चाहे वो आप की कर सकते हैं। ठीक है, बट आपदे नैशनल इंटरस्ट में ध्यान रखते हैं। अगे जो मोस्ट इंपोर्टेंट जी गल है वो है देयर इज़ नो अथॉरिटी अबव इट एंड इट इज़ फ्री टू कंडक्ट इट्स ओन अफेयर्स। ठीक है, बोथ इंटरनल एंड एक्सटर्नल। हम मतलब कि ये तो हम अपने देश अपनी सरकार तो उपर कोई वड्डी अथॉरिटी नहीं की संविधान है वो भी अपने देश का ही है। ठीक है, अपने देश के संविधान के उपर कोई वड्डी अथॉरिटी नहीं है जी कि अपनी जी ने एसपीरेशनस या आइडल्स में चेंज कर सके। इस तरह की अथॉरिटी नहीं की जी कि अपन की संविधान के उपर हैगी। ठीक है, आप जो भी चीज़ा जड़ियाँ लैनिया ने जो भी आप निर्णय लैने ने जो भी आप डिसीजन लैने आप संविधान मद्देनज़र रख के लैने ने। कोई अपन ये नहीं कोई जे अपनी स्टेट बाहर कोई फॉरेन स्टेट हैगी है अमेरिका है ब्रिटेन है जो कोई भी वड्डी कंट्री हैगी है या फिर डेवलप्ड कंट्री हैगी है वो अपन की फोर्स कर दी आप फोर्स नहीं है आप जे तो अपना नैशनल इंटरस्ट है तो फिर आप उस चीज़ के हाँ भरांगे अदरवाइज नहीं ना आप की इंटरनली मतलब कि अंदरूनी तौर पर तो बाहरी तौर पर आप दोनों तरह से आप सोवरन है आज़ाद है जो भी आप डिसीजन लैने चाहते हैं आप लै सकते हैं अपने देश के लिए। सो आई होप गाइज तुहानूं पता लग गया होगा सोवरन या फिर की है प्रभुसत्ता का मतलब की है। ठीक है, भी देश अपना की आज़ाद है डिसीजन लैन इंटरनैशनली तो नैशनली भी।
ना तो ध्यान रखेगा कोई भी ग्रुप है मतलब उन्होंने फोर्स कर रहा है तुम यह डिसीजन लो ही लो, ठीक है, तो जा रहा है नैशनल इंटरस्ट के खिलाफ है तो वो नहीं लेगी, ठीक है। इसका मतलब कि इंडिया सोवरेन है। करंट एग्जाम्पल ਦੇ ਵਿੱਚ ਆਪਾਂ ਦੱਸੀਏ, ਆਪਾਂ ਗੱਲ ਕਰੀਏ ਤਾਂ ਰਸ਼ੀਆ ਯੂਕਰੇਨ ਵੋਰ ਦੇ ਵਿੱਚ ਆਪਾਂ ਨੂੰ ਕੀ ਹੈ ਨੇਟੋ ਗਰੁੱਪ ਨੇ ਆਪਾਂ ਨੂੰ ਕਿੰਨਾ ਇਨਕਰੇਜ ਕੀਤਾ ਸੀ ਵੀ ਤੁਸੀਂ ਜਿਹੜਾ ਹੈਗਾ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲਗਾਓ ਜਾਂ ਰਸ਼ੀਆ ਦੇ ਖਿਲਾਫ ਗੱਲ ਕਰੋ। ਪਰ ਆਪਣਾ ਇੰਡੀਆ ਜਿਹੜਾ ਹੈਗਾ ਹਰੇਕ ਵਾਰ ਕੀ ਹੈ ਅਬਸਟੇਨ ਕੀਤਾ। ਕਿਉਂ? ਕਿਉਂਕਿ ਆਪਾਂ ਨੂੰ ਜਿਹੜਾ ਹੈਗਾ ਆਪਾਂ ਸੋਵਰਨ ਕੰਟਰੀ ਆ, ਆਪਾਂ ਨੂੰ ਜੋ ਸਹੀ ਲੱਗੇਗਾ ਆਪਣੇ ਨੈਸ਼ਨਲ ਇੰਟਰਸਟ ਵਾਸਤੇ ਆਪਾਂ ਗੱਲ ਕਰਾਂਗੇ, ਠੀਕ ਹੈ। ਤਾਂ ਆਈ ਹੋਪ ਗਾਇਸ ਤੁਹਾਨੂੰ ਸਮਝ ਲੱਗ ਗਿਆ ਕਿ ਸੋਵਰਨ ਦਾ ਮਤਲਬ ਕੀ ਹੈ। ਅੱਗੇ ਸੈਕਿੰਡ ਪੁਆਇੰਟ ਦੀ ਗੱਲ ਕਰਦੇ ਹੋ ਕਿ ਸੋਸ਼ਲਿਸਟ ਹੈ, ਠੀਕ ਹੈ। ਸੋਸ਼ਲਿਸਟ ਦਾ ਮਤਲਬ ਹੈਗਾ ਆਪਣਾ ਦੇਸ਼ ਕੀ ਹੈਗਾ ਸਮਾਜਵਾਦੀ ਦੇਸ਼ ਹੈ, ਠੀਕ ਹੈ। ਉਹ ਕਿਵੇਂ ਹੈਗਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ। Socialism has got the various definitions. However, in general, it means a system in which every member of society is having access to the resources of the society and nobody is completely left out. ਹੁਣ ਮਤਲਬ ਕਿ ਸੋਸ਼ਲਿਜ਼ਮ ਦਾ ਮਤਲਬ ਕੀ ਹੈਗਾ ਵੀ ਇਹਦੇ ਵਿੱਚ ਡੈਫੀਨੇਸ਼ਨਸ ਇਹਦੀਆਂ ਅਲੱਗ-ਅਲੱਗ ਹੈਗੀਆਂ ਨੇ, ਪਰ ਇਨ ਜਨਰਲ ਆਪਾਂ ਗੱਲ ਕਰੀਏ ਤਾਂ ਇਹ ਉਹ ਸਿਸਟਮ ਹੈਗਾ, ਇਹ ਉਹ ਜਿਹੜੀ ਵਿਚਾਰਧਾਰਾ ਹੈਗੀ ਹੈ ਇੱਕ ਜਿਹਦੇ ਵਿੱਚ ਕੀ ਹੈਗਾ ਹਰੇਕ ਪਰਸਨ ਕੀ ਜਿਹੜਾ ਹੈਗਾ ਪਬਲਿਕ ਸੋਸਾਇਟੀ ਦੇ ਰਿਸੋਰਸ, ਠੀਕ ਹੈ, ਸੋਸਾਇਟੀ ਦਾ ਹਰੇਕ ਰਿਸੋਰਸ ਜਿਹੜਾ ਨੈਚੁਰਲ ਰਿਸੋਰਸ ਹੈਗਾ ਉਹਦੇ ਵਿੱਚ ਕੀ ਹੈਗਾ ਉਹਨੂੰ ਵੀ ਪ੍ਰਦਾਨ ਕੀਤਾ ਜਾਏਗਾ, ਹਰੇਕ ਪਰਸਨ ਨੂੰ ਪ੍ਰਦਾਨ ਕੀਤਾ ਜਾਏਗਾ, ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਠੀਕ ਹੈ, ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ, ਚਾਹੇ ਕਿਹੜਾ ਮਰਜ਼ੀ ਧਰਮ ਨਾਲ ਹੈ, ਕਿਹੜਾ ਮਰਜ਼ੀ ਲਿੰਗ ਹੈਗਾ, ਆਪਾਂ ਕਿਸੇ ਵੀ ਤਰ੍ਹਾਂ ਭੇਦਭਾਵ ਨਹੀਂ ਕਰਾਂਗੇ। ਆਪਾਂ ਹਰੇਕ ਪਰਸਨ ਨੂੰ ਕੀ ਉਹ ਰਿਸੋਰਸ ਪ੍ਰੋਵਾਈਡ ਕਰਾਂਗੇ ਸੋਸਾਇਟੀ ਦੇ ਵਿੱਚ, ਅਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਪਰਸਨ ਹੋਏਗਾ ਜਿਹਨੂੰ ਕੰਪਲੀਟਲੀ ਲੈਫਟ ਆਊਟ ਕੀਤਾ ਜਾਏਗਾ ਉਸ ਰਿਸੋਰਸ ਦੇ ਵਿੱਚ, ਠੀਕ ਹੈ, ਜਿਹੜਾ ਕਿ ਪਬਲਿਕ ਰਿਸੋਰਸ ਹੈਗਾ, ਠੀਕ ਹੈ। ਪ੍ਰਾਈਵੇਟ ਤਾਂ ਉਹਦੀ ਆਦੀ ਮਰਜ਼ੀ ਹੈਗੀ ਹੈ, ਠੀਕ ਹੈ। ਪਬਲਿਕ ਰਿਸੋਰਸ ਦੇ ਵਿੱਚ ਹਰੇਕ ਨੂੰ ਕੀ ਹੈ ਰਿਸੋਰਸ ਜਿਹੜਾ ਹੈਗਾ ਪ੍ਰਦਾਨ ਕੀਤਾ ਜਾਏਗਾ। ਅੱਗੇ ਨੈਕਸਟ ਇੰਪੋਰਟੈਂਟ ਜਿਹੜਾ ਫੀਚਰ ਹੈਗਾ ਇਹਦੀ ਗੱਲ ਕਰਦੇ ਸੋਸ਼ਲਿਸਟ ਦੇ ਵਿੱਚ ਹੀ, this term is added by the 42nd Amendment Act in 1976. The Constitution had a socialist content in the form of certain DPSP, ਠੀਕ ਹੈ। ਹੁਣ ਮਤਲਬ ਕਿ ਇਹ 42nd Amendment Act ਦੇ ਥਰੂ ਆਪਾਂ ਕੀ ਇਹਨੂੰ ਜਿਹੜਾ ਹੈਗਾ ਸੋਸ਼ਲਿਸਟ ਵਰਡ ਨੂੰ ਆ ਕੇ ਆਪਾਂ ਕੀ ਐਡ ਔਨ ਕੀਤਾ। ਪਰ ਕੀ ਹੈਗਾ ਇਹ ਜਿਹੜਾ ਹੈਗਾ ਸੀ ਨਾ ਮਤਲਬ ਇਹਦੀ ਐਸਪੀਰੇਸ਼ਨ ਜਿਹੜੀ ਹੈਗੀ ਸੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਵਿੱਚ ਪਹਿਲਾਂ ਤੋਂ ਹੀ ਹੈਗੀ ਸੀ, ਠੀਕ ਹੈ। ਇਹ ਨਹੀਂ ਗਾ ਵੀ ਆਪਾਂ ਜਿਹੜਾ ਹੈਗਾ ਨਵਾਂ ਕਿਤੋਂ ਐਡ ਕੀਤਾ, ਠੀਕ ਹੈ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਕੀ ਹੈਗਾ ਸੀ ਪਹਿਲਾਂ ਤੋਂ ਹੀ ਦਿੱਤਾ ਹੋਇਆ ਸੀ, ਠੀਕ ਹੈ। ਜਿਹੜੇ ਆਪਾਂ ਕਹਿ ਦਈਏ ਨਾ ਸੰਵਿਧਾਨ ਦੇ ਨਿਰਦੇਸ਼ ਸਿਧਾਂਤ ਜਿਹੜੇ ਹੈਗੇ ਨੇ ਉਹਦੇ ਵਿੱਚ ਜਿਹੜੇ ਹੈਗੇ ਨੇ ਇਹ ਪਹਿਲਾਂ ਤੋਂ ਹੀ ਦਿੱਤਾ ਹੋਇਆ ਵੀ ਆਪਣਾ ਕੀ ਦੇਸ਼ ਸੋਸ਼ਲਿਸਟ ਹੋਣਾ ਚਾਹੀਦਾ, ਠੀਕ ਹੈ। ਤਾਂ ਉਹ ਤੋਂ ਹੀ ਕਿ ਆਪਾਂ ਇੰਸਪਾਇਰ ਹੋ ਕੇ ਆਪਾਂ 42nd Amendment Act 1976 ਦੇ ਵਿੱਚ ਆਪਾਂ ਕੀ ਵਰਡ ਨੂੰ ਆਪਣੀ ਜਿਹੜੀ ਪ੍ਰੀਐਂਬਲ ਦੇ ਵਿੱਚ ਐਡ ਔਨ ਕੀਤਾ। ਸੋ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਇੰਪੋਰਟੈਂਟ ਵਰਡ ਵੱਲ ਜਿਹੜਾ ਆਪਾਂ ਵਧਦੇ ਆ। ਤਾਂ ਨੈਕਸਟ ਇੰਪੋਰਟੈਂਟ ਜਿਹੜਾ ਵਰਡ ਹੈਗਾ ਉਹ ਹੈਗਾ ਸੈਕੂਲਰ। ਸੈਕੂਲਰ ਇੰਨਾ ਕੁ ਇੰਪੋਰਟੈਂਟ ਵਰਡ ਹੈ ਨਾ ਤੁਸੀਂ ਮਤਲਬ ਕਿ ਨਾ ਆਪਾਂ ਇਹਨੂੰ ਧਿਆਨ ਨਾਲ ਸਮਝਣਾ। ਉਹ ਸੈਕੂਲਰ ਦਾ ਮਤਲਬ ਹੈਗਾ ਧਰਮ ਨਿਰਪੱਖ ਹੋਣਾ। ਧਰਮ ਨਿਰਪੱਖ ਦਾ ਮਤਲਬ ਹੋਣਾ ਕਿਸੇ ਦਾ ਪੱਖ ਨਹੀਂ ਕਰਨਾ। ਨਿਰਪੱਖ ਮਤਲਬ ਆਪਦੀ ਮਰਜ਼ੀ ਨਾਲ ਜੋ ਕਿਸੇ ਨੂੰ ਧਰਮ ਵਧੀਆ ਲੱਗਦਾ ਉਹਨੂੰ ਚੂਜ਼ ਕਰੋ, ਠੀਕ ਹੈ। ਸੈਕੂਲਰ ਸਟੇਟ ਦਾ ਮਤਲਬ ਕੀ ਪਹਿਲਾਂ ਆਪਾਂ ਸੈਕੂਲਰ ਸਟੇਟ ਬਾਰੇ ਪੜ੍ਹਦੇ ਫਿਰ ਆਪਾਂ ਸੈਕੂਲਰਿਜ਼ਮ ਬਾਰੇ ਪੜ੍ਹਦੇ ਹਾਂ, ਠੀਕ ਹੈ। ਸੈਕੂਲਰ ਸਟੇਟ ਦਾ ਮਤਲਬ ਕੀ ਹੈ ਦਾ ਸਟੇਟ ਇਜ਼ ਅ ਨਿਊਟਰਲ ਇਨ ਮੈਟਰ ਆਫ ਦ ਰਿਲੀਜਨ ਐਂਡ ਹੈਂਸ ਡਜ਼ ਨੋਟ ਅਪਹੋਲਡ ਐਨੀ ਪਰਟੀਕੂਲਰ ਰਿਲੀਜਨ ਐਜ਼ ਦ ਸਟੇਟ ਰਿਲੀਜਨ, ਫੋਰ ਐਗਜ਼ਾਮਪਲ USA ਐਂਡ ਇੰਡੀਆ, ਠੀਕ ਹੈ। ਹੁਣ ਮਤਲਬ ਕੀ ਹੈ ਸੈਕੂਲਰ ਸਟੇਟ ਧਰਮ ਨਿਰਪੱਖ ਰਾਜ ਉਹ ਰਾਜ ਹੈਗਾ ਜਿੱਥੇ ਕੀ ਹੈ ਸਟੇਟ ਨਿਊਟਰਲ ਹੈਗੀ ਹੈ, ਸਟੇਟ ਦੀ ਸਰਕਾਰ ਨਿਊਟਰਲ ਹੈਗੀ ਹੈ, ਨਾ ਹੀ ਉਹ ਕਿਸੇ ਵੀ ਧਰਮ ਨੂੰ ਕੀ ਹੈ ਜ਼ਿਆਦਾ ਤਵੱਜੋ ਨਹੀਂ ਦਿੰਦੀ। ਮਤਲਬ ਕਿ ਕਿਸੇ ਵੀ ਧਰਮ ਨੂੰ ਕੀ ਆਪਦਾ ਰਾਸ਼ਟਰੀ ਧਰਮ ਨਹੀਂ ਘੋਸ਼ਿਤ ਕੀਤਾ ਹੈ, ਠੀਕ ਹੈ। ਸਾਰੇ ਧਰਮ ਬਰਾਬਰ ਨੇ ਜਾਂ ਸਾਰੇ ਧਰਮਾਂ ਨੂੰ ਕੀ ਹੈ ਵੀ ਬਰਾਬਰ ਲੈ ਕੇ ਕਾਨੂੰਨ ਬਣਾਏ ਜਾਂਦੇ ਨੇ, ਜਿਵੇਂ ਕਿ ਇੰਡੀਆ ਦੇ ਵਿੱਚ ਜਾਂ ਫਿਰ USA ਦੇ ਵਿੱਚ, ਠੀਕ ਹੈ। USA ਵੀ ਇੱਕ ਸੈਕੂਲਰ ਕੰਟਰੀ ਹੈ ਬਟ ਉਹਨਾਂ ਦਾ ਥੋੜ੍ਹਾ ਡੈਫੀਨੇਸ਼ਨ ਅਲੱਗ ਹੈ, ਠੀਕ ਹੈ। ਸੈਕੂਲਰਿਜ਼ਮ ਦੀ ਆਪਣੀ ਥੋੜ੍ਹੀ ਜਿਹੀ ਡੈਫੀਨੇਸ਼ਨ ਅਲੱਗ ਹੈ, ਠੀਕ ਹੈ। ਤਾਂ ਹੁਣ ਆਪਾਂ ਆਪਣੀ ਸੈਕੂਲਰਿਜ਼ਮ ਕਿਵੇਂ ਉਹਦੇ ਬਾਰੇ ਆਪਾਂ ਗੱਲ ਕਰਦੇ। ਸੈਕੂਲਰਿਜ਼ਮ ਮੀਨਸ ਦੈਟ ਸਟੇਟ shall not recognize any religion as its own official religion and it treats all the religions equally, ਠੀਕ ਹੈ। ਹੁਣ ਭਾਰਤ ਦੇ ਵਿੱਚ ਕੀ ਹੈਗਾ ਵੀ ਹਰੇਕ ਧਰਮ ਨੂੰ ਕੀ ਹੈ ਆਪਾਂ ਕੋਈ ਆਪਣਾ ਜਿਹੜਾ ਰਾਸ਼ਟਰੀ ਧਰਮ ਨਹੀਂ ਘੋਸ਼ਿਤ ਕੀਤਾ ਵੀ ਆਪਣਾ ਸਿੱਖ ਧਰਮ ਰਾਸ਼ਟਰੀ ਧਰਮ ਹੈ, ਹਿੰਦੂ ਧਰਮ ਰਾਸ਼ਟਰੀ ਧਰਮ ਹੈ, ਕੋਈ ਵੀ ਧਰਮ ਰਾਸ਼ਟਰੀ ਧਰਮ ਨਹੀਂ ਹੈਗਾ, ਸਾਰੇ ਧਰਮ ਬਰਾਬਰ ਹੈਗੇ ਨੇ। ਅਤੇ ਆਪਾਂ ਕੀ ਸਾਰੇ ਹੀ ਧਰਮਾਂ ਨੂੰ ਕੀ ਬਰਾਬਰੀ ਅਤੇ ਬਰਾਬਰ ਦੇ ਤੇ ਹੀ ਆਪਾਂ ਜਿਹੜਾ ਹੈਗਾ ਉਹਨੂੰ ਟਰੀਟ ਕਰਨਾ, ਠੀਕ ਹੈ। ਸਾਰਿਆਂ ਨਾਲ ਬਰਾਬਰ ਦਾ ਹੀ ਵਿਵਹਾਰ ਕਰਨਾ। ਜੇ ਆਪਾਂ ਈਦ 'ਤੇ ਛੁੱਟੀ ਕਰਦੇ ਪਏ ਆਪਾਂ ਗੁਰਪੁਰਬ 'ਤੇ ਵੀ ਛੁੱਟੀ ਕਰੇਗੀ ਸਰਕਾਰ, ਠੀਕ ਹੈ। ਕ੍ਰਿਸਮਿਸ 'ਤੇ ਵੀ ਕਰੇਗੀ, ਸਾਰੇ ਆਪਾਂ ਨੂੰ ਪਤਾ ਹੀ ਹੈ, ਠੀਕ ਹੈ। ਸਰਕਾਰ ਜਦੋਂ ਵੀ ਕਾਨੂੰਨ ਬਣਾਉਂਦੀ ਸਾਰੇ ਧਰਮਾਂ ਨੂੰ ਕੀ ਹੈ ਬਰਾਬਰ ਲੈ ਕੇ ਹੀ ਕਾਨੂੰਨ ਬਣਾਉਂਦੀ ਹੈ, ਠੀਕ ਹੈ। ਜੇ ਨਹੀਂ ਬਣਾ ਰਹੀ ਮਤਲਬ ਕਿ ਆਪਣੇ ਦੇਸ਼ ਦਾ ਜਿਹੜਾ ਹੈਗਾ
ਸੈਕੂਲਰ ਜਿਹੜਾ ਹੈਗਾ ਸੈਕੂਲਰਿਜ਼ਮ ਡਾਇਲੂਟ ਹੋ ਰਹੀ, ਤੇ ਉਹਦੇ ਖਿਲਾਫ ਆਪਾਂ ਕੁਝ ਵੀ ਕਰ ਸਕਦੇ। ਠੀਕ ਹੈ। ਦ ਟਰਮ ਸੈਕੂਲਰ ਟੂ was added by the 42nd Amendment Act 1976, however, as the Supreme Court said in 1974, all through the word secular state। ठीक है। ਸੈਕੂਲਰ ਸਟੇਟ ਜਿਹੜਾ ਹੈਗਾ ਸੁਪਰੀਮ ਕੋਰਟ ਨੇ 1974 ਦੇ ਵਿੱਚ ਦਿੱਤਾ ਸੀ, ਮਤਲਬ ਕਿ ਗੱਲ ਕੀਤੀ ਸੀ ਵੀ ਆਪਣਾ ਜਿਹੜਾ ਦੇਸ਼ ਹੈਗਾ ਸੈਕੂਲਰ ਹੈਗਾ। ਬਟ ਜਿਹੜਾ ਇਹ ਵਰਡ ਸੈਕੂਲਰ ਜਿਹੜਾ ਹੈਗਾ ਆਪਾਂ ਕੀ ਹੈ 42nd Amendment Act 4200 ਦੇ ਵਿੱਚ ਆਪਾਂ ਇਹਨੂੰ ਵੀ ਐਡ ਔਨ ਕੀਤਾ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ ਸੈਕੂਲਰ ਵਰਡ ਦਾ ਇੱਕ ਥੋੜ੍ਹਾ ਜਿਹਾ ਆਪਾਂ ਗੱਲ ਕਰਦੇ ਹਾਂ ਤਾਂ ਸੈਕੂਲਰ ਵਰਡ ਕੀ ਹੈਗਾ, ਉਹਦਾ ਮਤਲਬ ਕੀ ਹੈਗਾ, ਧਰਮ ਨਿਰਪੇਖ ਹੋਣਾ ਮਤਲਬ ਕੀ ਹੈ ਵੀ ਕਿਸੇ ਵੀ ਆਪਾਂ ਧਰਮ ਨੂੰ ਰਾਸ਼ਟਰੀ ਧਰਮ ਨਹੀਂ ਕੋਸ਼ਿਸ਼ ਕਰਨਾ, ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲਣਾ। ਅਤੇ ਜਦੋਂ ਵੀ ਕੋਈ ਕਾਨੂੰਨ ਬਣਾਵਾਂਗੇ, ਜਦੋਂ ਵੀ ਕੋਈ ਜਿਹੜਾ ਹੈਗਾ ਆਪਾਂ ਮੰਨਣਾ ਹੈ, ਠੀਕ ਹੈ, ਕਿਸੇ ਵੀ ਆਪਾਂ ਕਾਨੂੰਨ ਬਣਾ ਰਹੇ ਤਾਂ ਆਪਾਂ ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲਣਾ ਵੀ ਕਿਸੇ ਧਰਮ ਦਾ ਜਿਹੜਾ ਹੈਗਾ ਕੋਈ ਵੀ ਜਿਹੜਾ ਮਤਲਬ ਕਿਸੇ ਧਰਮ ਨੂੰ ਵੀ ਆਪਾਂ ਉਹਦੇ ਦੀ ਜਿਹੜੇ ਹੈਗੇ ਨੇ ਲੋਕਾਂ ਨੂੰ ਨਾ ਲੱਗੇ ਵੀ ਜਿਹੜਾ ਹੈਗਾ ਸਾਨੂੰ ਹੈਗਾ ਵੀ ਇਹਨੂੰ ਇਹ ਕਾਨੂੰਨ ਦੇ ਵਿੱਚ ਕੰਪਲੀਟਲੀ ਲੈਫਟ ਆਊਟ ਕੀਤਾ ਹੈਗਾ। ਠੀਕ ਹੈ। ਵੀ ਕੋਈ ਆਪਾਂ ਸੁਵਿਧਾ ਦੇ ਰਹੇ ਜੋ ਕਿਸੇ ਵੀ ਤਰ੍ਹਾਂ ਦੀ। ਠੀਕ ਹੈ। ਅਤੇ ਇੱਕ ਗੱਲ ਇਹ, ਅਤੇ ਇੱਕ ਕਿਵੇਂ ਆਪਣੇ ਧਰਮ ਜਿਹੜਾ ਹੈਗਾ ਧਰਮ ਨਿਰਪੱਖ ਕਿਵੇਂ ਹੈਗਾ ਦੇਸ਼। ਹੁਣ ਮਤਲਬ ਕਿ ਜਦੋਂ ਕਿ ਹੁਣ ਆਪਾਂ ਕਿਸੇ ਵੀ ਜੋਬ ਦੇ ਵਿੱਚ ਲੱਗਦੇ ਹਾਂ, ਹੁਣ ਜਿਹੜੇ ਸਿੱਖ ਪਰਸਨ ਹੁੰਦਾ ਉਹਨਾਂ ਨੂੰ ਕੀ ਟਰਬਨ ਬੰਨ੍ਹਣ ਦਾ, ਠੀਕ ਹੈ, ਅਤੇ ਕਿਰਪਾਨ ਹਾਇਰ ਕਰਨ ਦਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਅਤੇ ਜਿਹੜੇ ਕ੍ਰਿਸਚਨ ਲੋਕ ਉਹਨਾਂ ਨੂੰ ਕ੍ਰੋਸ ਪਾਉਣ ਦਾ, ਠੀਕ ਹੈ। ਹਿੰਦੂ ਲੋਕ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜੇ ਹੈਗੇ ਨੇ ਉਹਨਾਂ ਰਿਚੁਅਲਸ ਹੈਗੇ ਨੇ ਆਪਾਂ ਔਰੇਂਜ ਕਲਰ ਜਿਹੜਾ ਹੈਗਾ ਉਹਨਾਂ ਦੇ ਮਤਲਬ ਕੀ ਹੈ ਸੈਫਰਨ ਕਲਰ, ਠੀਕ ਹੈ। ਸਾਰਾ ਕੁਛ ਕੀ ਉਹਨਾਂ ਨੂੰ ਜੋ ਵੀ ਉਹਨਾਂ ਦੇ ਰਿਚੁਅਲਸ ਹੈਗੇ ਨੇ, ਜੋ ਵੀ ਉਹਨਾਂ ਫੋਲੋ ਕਰਦੇ ਨੇ ਕਿਸੇ ਵੀ ਪਾਥ ਨੂੰ, ਉਹਨਾਂ ਨੂੰ ਕੀ ਹੈ ਫੋਲੋ ਕਰਨ ਦੀ ਜਿਹੜੀ ਹੈ ਇਜਾਜ਼ਤ ਹੈਗੀ। ਇਸ ਤਰ੍ਹਾਂ ਕਿ ਆਪਣਾ ਜਿਹੜਾ ਹੈਗਾ ਦੇਸ਼ ਭਾਰਤ ਦੇਸ਼ ਕੀ ਹੈ ਧਰਮ ਨਿਰਪੱਖ ਹੈਗਾ, ਕਿਸੇ ਵੀ ਧਰਮ ਦੇ ਪੱਖ ਦੇ ਵਿੱਚ ਨਹੀਂ ਹੈ। ਅੱਗੇ ਜਿਹੜਾ ਹੈਗਾ ਆਪਾਂ ਗੱਲ ਕਰਦੇ ਹਾਂ ਦ ਵਰਡ ਰਿਪਬਲਿਕ ਦਾ ਮਤਲਬ ਕੀ ਹੈ। ਠੀਕ ਹੈ। ਰਿਪਬਲਿਕ ਦਾ ਮਤਲਬ ਹੁੰਦਾ ਗਣਤੰਤਰ। ਠੀਕ ਹੈ। ਆਪਣਾ ਦੇਸ਼ ਗਣਤੰਤਰ ਹੈ। ਤਾਂ ਗਣਤੰਤਰ ਕਿਵੇਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦ ਰਿਪਬਲਿਕ ਇਜ਼ ਦ ਪੋਲੀਟੀਕਲ ਸਿਸਟਮ ਵੇਅਰ ਦ ਪੀਪਲ ਆਰ ਸੁਪਰੀਮ ਐਂਡ ਦੇਅਰ ਇਜ਼ ਨੋ ਹੈਰੀਡਿਟਰੀ ਰੂਲਰ ਐਂਡ ਹੈਡ ਆਫ ਦ ਸਟੇਟ ਇਜ਼ ਇਲੈਕਟਡ ਬਾਈ ਪੀਪਲ। ਹੁਣ ਮਤਲਬ ਕੀ ਹੈਗਾ ਵੀ ਇਹ ਰਿਪਬਲਿਕ ਕੇ ਕੋਈ ਜਿਹਾ ਪੋਲੀਟੀਕਲ ਸਿਸਟਮ ਹੈਗਾ ਜਿੱਥੇ ਕੀ ਹੈ ਕੋਈ ਹੈਰੀਡੇਟਰੀ ਰੂਲਰ ਨਹੀਂ ਹੁੰਦਾ। ਹੈਰੀਡੇਟਰੀ ਰੂਲਰ ਉਹ ਹੁੰਦਾ ਮਤਲਬ ਕਿ ਪੀੜ੍ਹੀ ਦਰ ਪੀੜ੍ਹੀ ਸਕਸੈਸ਼ਨ। ਠੀਕ ਹੈ। ਜਿਵੇਂ ਕਿ ਹੁਣ ਮਤਲਬ ਕਿ ਇੱਕ ਰਾਜਾ ਹੈਗਾ, ਰਾਜਾ ਮਰ ਗਿਆ ਤਾਂ ਉਹਦਾ ਪੁੱਤਰ ਰਾਜਕੁਮਾਰ ਜਾਂ ਰਾਜਕੁਮਾਰੀ ਨੂੰ ਜਿਹੜਾ ਹੈਗਾ ਅਗਲਾ ਜਿਹੜਾ ਹੈਗਾ ਦੇਸ਼ ਦਾ ਜਿਹੜਾ ਹੈਗਾ ਜਾਂ ਫਿਰ ਕਿਸੇ ਵੀ ਰਾਜ ਦਾ ਕੀ ਹੈ ਵੀ ਰਾਜਾ ਘੋਸ਼ਿਤ ਕੀਤਾ ਜਾਏਗਾ। ਇਸ ਤਰ੍ਹਾਂ ਨਹੀਂ ਹੈਗਾ। ਆਪਣੇ ਜਿਹੜਾ ਹੈਗਾ ਹੈਡ ਆਫ ਸਟੇਟ ਕੀ ਹੈਗਾ ਇਲੈਕਟ ਕੀਤਾ ਜਾਂਦਾ ਲੋਕਾਂ ਦੁਆਰਾ, ਤਾਂ ਉਹਨੂੰ ਕਿ ਇੱਕ ਫਿਕਸ ਟਰਨਓਵਰ ਹੁੰਦਾ, ਇੱਕ ਫਿਕਸ ਟਰਮ ਹੁੰਦੀ, ਕਾਰਜਕਾਲ ਹੁੰਦਾ ਜਿੰਨੇ ਵਾਸਤੇ ਟਾਈਮ ਵਾਸਤੇ ਆਪਾਂ ਉਹਨੂੰ ਚੁਣਨੇ। A democratic polity can be classified into two categories, monarchy and republic। ਠੀਕ ਹੈ। ਹੁਣ ਡੈਮੋਕ੍ਰੇਸੀ ਵੀ ਕੀ ਹੈ, ਹੁਣ ਜਿਵੇਂ ਇੰਗਲੈਂਡ ਦੇ ਵਿੱਚ ਉਹ ਵੀ ਡੈਮੋਕ੍ਰੇਟਿਕ ਕੰਟਰੀ ਬਟ ਉੱਥੇ ਕੀ ਮੋਨਾਰਕੀ ਹੈ, ਆਪਣੇ ਕੀ ਰਿਪਬਲਿਕ ਕੰਟਰੀ ਹੈ। ਉੱਥੇ ਕੀ ਹੁੰਦਾ ਰਾਜਾ ਰਾਣੀ ਦਾ ਜਿਹੜਾ ਹੈਗਾ ਹਜੇ ਵੀ ਜਿਹੜਾ ਹੈਗਾ ਐਜ਼ ਇਟ ਇਜ਼ ਚੱਲ ਰਿਹਾ, ਸਕਸੈਸਰਸ ਜਿਹੜੇ ਹੈਗੇ ਨੇ ਉਹਨਾਂ ਦੀ ਪਲੇਸ ਲੈਂਦੇ ਨੇ। ਠੀਕ ਹੈ। ਅਤੇ ਇੱਥੇ ਆਪਣੇ ਕੀ ਹੁੰਦਾ ਆਪਣੇ ਰਿਪਬਲਿਕ ਦਾ ਮਤਲਬ ਕੀ ਹੈ ਇਹਦੇ ਆਪਾਂ ਟਰਮ ਬਾਰੇ ਥੋੜ੍ਹਾ ਪੜ੍ਹ ਲੈਣੇ। ਵੈਸੇ ਤਾਂ ਆਪਾਂ ਤੁਹਾਨੂੰ ਦੱਸਿਆ ਹੀ ਹੈ ਬਟ ਫਿਰ ਵੀ ਆਪਾਂ ਇੱਕ ਡੈਫੀਨੇਸ਼ਨ ਯਾਦ ਕਰ ਲੈਣ ਥੋੜ੍ਹਾ ਜਿਹਾ ਆਪਾਂ ਡੈਫੀਨੇਸ਼ਨ ਬਾਰੇ। ਦ ਟਰਮ ਰਿਪਬਲਿਕ ਇਨ ਆਵਰ ਪ੍ਰੀਐਂਬਲ ਇੰਡੀਕੇਟਸ ਦੈਟ ਇੰਡੀਆ ਹੈਜ਼ ਔਨ ਇਲੈਕਟਡ ਹੈਡ ਕੋਲਡ ਦਾ ਪ੍ਰੈਜ਼ੀਡੈਂਟ। ਠੀਕ ਹੈ। ਹੁਣ ਮਤਲਬ ਕੀ ਹੈ ਵੀ ਭਾਰਤ ਦੇਸ਼ ਦਾ ਜਿਹੜਾ ਹੈਗਾ ਮੁਖੀ ਹੁੰਦਾ, ਦੇਸ਼ ਦਾ ਮੁਖੀ ਹੁੰਦਾ, ਉਹਨੂੰ ਕੀ ਆਪਾਂ ਕੀ ਇਲੈਕਟ ਕਰਦੇ ਉਹਨੂੰ ਕੀ ਆਪਾਂ ਉਹਦਾ ਦਿੱਤਾ ਹੈ, ਉਹਨੂੰ ਰਾਸ਼ਟਰਪਤੀ ਜਾਂ ਫਿਰ ਪ੍ਰੈਜ਼ੀਡੈਂਟ ਕਹੀ ਗਿਆ। ਠੀਕ ਹੈ। ਹੀ ਇਜ਼ ਇਲੈਕਟਡ ਇਨਡਾਇਰੈਕਟਲੀ ਫੋਰ ਅ ਫਿਕਸ ਟੈਨਿਓਰ ਆਫ 5 years। ਠੀਕ ਹੈ। ਅਤੇ ਉਹਨੂੰ ਕੀ ਇਨਡਾਇਰੈਕਟਲੀ ਜਿਹੜਾ ਚੁਣਿਆ ਜਾਂਦਾ ਉਹ ਕਿੰਨੇ ਟਾਈਮ ਵਾਸਤੇ ਚੁਣਿਆ ਜਾਂਦਾ 5 ਸਾਲ ਵਾਸਤੇ। ਠੀਕ ਹੈ। ਹੁਣ ਇਨਡਾਇਰੈਕਟਲੀ ਕਿਵੇਂ ਚੁਣਿਆ ਜਾਂਦਾ ਜਦੋਂ ਆਪਾਂ ਪ੍ਰੈਜ਼ੀਡੈਂਟ ਕਰਾਂਗੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਵੈਸੇ ਆਪਾਂ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ ਇੱਕ ਗੱਲ ਕੀਤੀ ਸੀ ਨਾ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਥਰੂ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ, ਉਹਦੇ ਵਿੱਚ ਆਪਾਂ ਕੀਤੀ ਸੀ। ਬਟ ਇਹ ਟਰਮ ਜਿਹੜੀ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਡਿਟੇਲ ਦੇ ਵਿੱਚ ਸਮਝਾਵਾਂਗੇ ਤਾਂ ਤੁਸੀਂ ਜਿਹੜਾ ਹੈਗਾ ਜਦੋਂ ਆਪਾਂ ਪ੍ਰੈਜ਼ੀਡੈਂਟ ਟੋਪਿਕ ਕਰਾਂਗੇ ਤਾਂ ਉਦੋਂ ਹੀ ਆਪਾਂ ਜਿਹੜਾ ਹੈਗਾ ਇਸ ਬਾਰੇ ਗੱਲ ਕਰਾਂਗੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਜਿਹੜੀ ਲਾਸਟ ਆਪਣੀ ਜਿਹੜਾ ਆਈਡਲ ਹੈਗਾ ਨਾ ਸੰਵਿਧਾਨ ਦਾ ਆਈਡਲ ਜਿਹੜਾ ਹੈਗਾ ਉਹਦੇ ਬਾਰੇ ਗੱਲ ਕਰਨੇ ਡੈਮੋਕ੍ਰੇਸੀ ਜਾਂ ਫਿਰ ਡੈਮੋਕ੍ਰੇਟਿਕ ਕੰਟਰੀ। ਠੀਕ ਹੈ। ਡੈਮੋਕ੍ਰੇਸੀ ਜਾਂ ਡੈਮੋਕ੍ਰੇਟਿਕ ਕੰਟਰੀ ਦੇ ਕੀ ਹੈਗਾ A democratic polity as stipulated in the preamble is based on the doctrine of popular sovereignty, that is the possession of supreme power by the people। ਠੀਕ ਹੈ। ਉਹ ਮਤਲਬ ਕਿ ਡੈਮੋਕ੍ਰੇਸੀ ਉਹ ਹੋਏਗੀ ਜਿੱਥੇ ਕਿ ਲੋਕਾਂ ਦਾ ਰਾਜ ਹੋਵੇ। ਆਪਾਂ ਸਿੰਪਲ ਵਰਡਸ ਦੇ ਵਿੱਚ ਗੱਲ ਕਰੀਏ, ਇਹਦੀ ਗੱਲ ਕਰੀਏ ਤਾਂ ਪ੍ਰੀਐਂਬਲ ਦੇ ਵਿੱਚ ਇਹ ਦਿੱਤਾ ਹੈ ਡੈਮੋਕ੍ਰੇਸੀ ਇੱਕ ਉਹ ਚੀਜ਼ ਹੈਗੀ ਜਿੱਥੇ ਕਿ ਲੋਕਾਂ ਦਾ ਰਾਜ ਹੁੰਦਾ, ਲੋਕ ਕੀ ਆਪਣੇ ਦੇਸ਼ ਨੂੰ ਚਲਾਉਂਦੇ ਨੇ। ਠੀਕ ਹੈ। ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਕੀ ਚੀਜ਼ ਹੈ।
द टर्म ਡੈਮੋਕ੍ਰੇਸੀ ਇਜ਼ ਡਿਰਾਈਵਡ ਫਰੋਮ, ਪਹਿਲਾਂ ਤਾਂ ਆਪਾਂ ਕੀ ਗੱਲ ਕਰਦੇ ਵੀ ਆਪਣਾ ਵਰਡ ਜਿਹੜਾ ਹੈਗਾ ਡੈਮੋਕ੍ਰੇਸੀ ਵਰਡ ਕਿਹੜੇ ਵਰਡ ਤੋਂ ਬਣਿਆ, ਡਿਰਾਈਵਡ ਫਰੋਮ 2 ਗ੍ਰੀਕ ਵਰਡਸ, 2 ਗ੍ਰੀਕ ਵਰਡਸ ਨੂੰ ਮਿਲਾ ਕੇ ਜਿਹੜਾ ਹੈਗਾ ਡੈਮੋਕ੍ਰੇਸੀ ਬਣਿਆ। ਸਭ ਤੋਂ ਪਹਿਲਾ ਜਿਹੜਾ ਵਰਡ ਹੈਗਾ ਡੈਮੋਜ਼, ਡੈਮੋਜ਼ ਦਾ ਮਤਲਬ ਹੈਗਾ ਪੀਪਲ, ਠੀਕ ਹੈ। ਗ੍ਰੀਕ ਵਰਡ ਦੇ ਵਿੱਚ ਡੈਮੋਜ਼ ਦਾ ਮਤਲਬ ਕੀ ਹੈ, ਪੀਪਲ, ਠੀਕ ਹੈ। ਕ੍ਰਾਈਟੀਆ, ਕ੍ਰਾਈਟੀਆ ਦਾ ਮਤਲਬ ਹੁੰਦਾ ਰੂਲ, ਠੀਕ ਹੈ, ਲੋਕਾਂ ਦਾ ਰਾਜ, ਉਹੀ ਗੱਲ ਆ ਗਈ ਨਾ, ਮਤਲਬ ਕਿ ਰੂਲ ਆਫ ਪੀਪਲ ਮਤਲਬ ਕਿ ਲੋਕਾਂ ਦਾ ਰਾਜ ਜਿਹੜਾ ਹੈਗਾ ਉਹਨੂੰ ਕੀ ਜਿਹੜਾ ਹੈਗਾ ਆਪਾਂ ਡੈਮੋਕ੍ਰੇਸੀ ਕਹਿ ਦਈਏ। ਆਈ ਹੋਪ ਗਾਈਜ਼ ਤੁਹਾਨੂੰ ਵਰਡ ਦਾ ਮੀਨਿੰਗ ਪਤਾ ਲੱਗ ਗਿਆ ਹੋਏਗਾ ਵੀ ਡੈਮੋਕ੍ਰੇਸੀ ਕੀ ਚੀਜ਼ ਹੈ। ਡੈਮੋਕ੍ਰੇਸੀ ਇਜ਼ ਆਫ 2 ਟਾਈਪਸ, ਠੀਕ ਹੈ। ਹੁਣ ਕੀ ਹੈ ਡੈਮੋਕ੍ਰੇਸੀ ਕੀ 2 ਤਰ੍ਹਾਂ ਦੀ ਹੁੰਦੀ ਹੈ, ਡਾਇਰੈਕਟ ਅਤੇ ਇਨਡਾਇਰੈਕਟ। ਡਾਇਰੈਕਟ ਡੈਮੋਕ੍ਰੇਸੀ ਉਹ ਹੁੰਦੀ ਜਿੱਥੇ ਕਿ ਸਿੱਧੇ ਤੌਰ 'ਤੇ ਲੋਕ ਜਿਹੜੇ ਹੈਗੇ ਨੇ, ਸਿੱਧੇ ਤੌਰ 'ਤੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਨੇ ਸਿਸਟਮ ਦੇ ਵਿੱਚ ਇਨਵੋਲਵ ਹੁੰਦੇ ਨੇ, ਰੈਫਰੈਂਡਮ, ਠੀਕ ਹੈ, ਇਸ ਤਰ੍ਹਾਂ ਦੇ 3-4 ਜਿਹੜੇ ਹੈਗੇ ਨੇ ਉਹਨਾਂ ਦੇ ਪ੍ਰੋਸੀਜਰ ਹੁੰਦਾ ਹੈ, ਠੀਕ ਹੈ, ਉਹਨਾਂ ਨੂੰ ਕੀ ਫੋਲੋ ਕਰਦੇ ਨੇ ਅਤੇ ਉਹ ਆਪਣੇ ਜਿਹੜੇ ਕਿ ਕਾਨੂੰਨ ਬਣਾਉਂਦੇ ਨੇ। ਆਪਾਂ ਡਾਇਰੈਕਟ ਡੈਮੋਕ੍ਰੇਸੀ ਬਾਰੇ ਆਪਾਂ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਡਾਇਰੈਕਟ ਡੈਮੋਕ੍ਰੇਸੀ ਇਜ਼ ਦ ਪੀਪਲ ਐਕਸਰਸਾਈਜ਼ ਦੇਅਰ ਸੁਪਰੀਮ ਪਾਵਰ ਡਾਇਰੈਕਟਲੀ ਐਜ਼ ਇਨ ਕੇਸ ਆਫ ਸਵਿਟਜ਼ਰਲੈਂਡ, ਠੀਕ ਹੈ। ਸਵਿਟਜ਼ਰਲੈਂਡ ਦੇ ਵਿੱਚ ਕੀ ਡਾਇਰੈਕਟ ਡੈਮੋਕ੍ਰੇਸੀ ਕੀ ਜੀ, ਠੀਕ ਹੈ, ਜਿੱਥੇ ਕਿ ਲੋਕ ਕਿਸੇ ਦੇ ਤੌਰ 'ਤੇ ਜਿਹੜਾ ਹੈਗਾ ਕਾਨੂੰਨ ਬਣਾਉਣ ਦੇ ਵਿੱਚ ਜਾਂ ਫਿਰ ਕੋਈ ਹੋਰ ਜਿਹੜੇ ਹੈਗੇ ਨੇ ਕੁਛ ਵੀ ਕਰਨਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਸਿੱਧੇ ਤੌਰ 'ਤੇ ਹਿੱਸਾ ਲੈਂਦੇ ਨੇ। ਆਪਣੀ ਜਿਹੜੀ ਕੰਟਰੀ ਹੈਗੀ, ਆਪਣੀ ਕੰਟਰੀ ਜਿਹੜੀ ਹੈਗੀ ਆ ਉਹ ਕੀ ਹੈ, ਇਨਡਾਇਰੈਕਟ ਡੈਮੋਕ੍ਰੇਸੀ ਹੈ। ਇਨਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਵੀ ਲੋਕਾਂ ਦੇ ਬਿਹਾਫ 'ਤੇ ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਲੀਡਰ ਹੁੰਦੇ ਨੇ, ਨੇਤਾ ਹੁੰਦੇ ਨੇ, ਉਹ ਕੀ ਉਹਨਾਂ ਦੇ ਵਾਸਤੇ ਕੰਮ ਕਰਦੇ ਨੇ, ਉਹ ਕੀ ਇਨਡਾਇਰੈਕਟ ਡੈਮੋਕ੍ਰੇਸੀ। ਬਟ ਐਕਚੁਅਲੀ ਰੂਲ ਤਾਂ ਕਰ ਰਹੇ ਨੇ, ਰੂਲ ਤਾਂ ਕੌਣ ਕਰ ਰਹੇ ਨੇ, ਪੀਪਲ ਕਰ ਰਹੇ ਨੇ। ਜੇਕਰ ਉਹਨਾਂ ਦੇ ਨੇਤਾ, ਉਹਨਾਂ ਦੇ ਜਿਹੜਾ ਹੈਗਾ ਲੀਡਰ ਜਿਹੜਾ ਹੈਗਾ ਉਹ ਨਹੀਂ ਕਰੇਗਾ ਤਾਂ ਨੈਕਸਟ ਟਾਈਮ ਕੀ ਜਿਹੜੇ ਲੋਕ ਹੀ ਜਿਹੜਾ ਉਸ ਪਰਸਨ ਨੂੰ ਚੇਂਜ ਕਰ ਦੇਣਗੇ ਥਰੂ ਇਲੈਕਸ਼ਨਸ। ਤਾਂ ਆਪਾਂ ਇਹਦੇ ਬਾਰੇ ਗੱਲ ਕਰਦੇ ਇਨਡਾਇਰੈਕਟ ਡੈਮੋਕ੍ਰੇਸੀ ਕੀ ਹੈ। ਇਨ ਇੰਡੀਆ ਵੀ ਪ੍ਰੈਕਟਿਸ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਤਾਂ ਇਹਨੂੰ ਕੀ ਹੈ ਇਨਡਾਇਰੈਕਟ ਡੈਮੋਕ੍ਰੇਸੀ ਦਾ ਦੂਸਰਾ ਨਾਮ ਕੀ ਹੈ, ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਠੀਕ ਹੈ। ਅਸਿੱਧੇ ਤੌਰ 'ਤੇ ਆਪਾਂ ਜਿਹੜਾ ਹੈਗਾ ਅਸਿੱਧਾ ਲੋਕਤੰਤਰ, ਠੀਕ ਹੈ, ਇਸ ਤਰ੍ਹਾਂ ਗੱਲ ਕਰਦੀ ਹੈ ਪੰਜਾਬੀ ਦੀ। In India, we practice representative democracy where the people's representatives reflect the wish of people in decision making, ਠੀਕ ਹੈ। ਹੁਣ ਮਤਲਬ ਕਿ ਜਿਹੜੇ ਕਿ ਲੋਕਾਂ ਦੇ ਜਿਹੜੇ ਨੇਤਾ ਹੁੰਦੇ ਨੇ ਡਿਸੀਜ਼ਨ ਮੇਕਿੰਗ ਦੇ ਵਿੱਚ, ਲੋ ਮੇਕਿੰਗ ਦੇ ਵਿੱਚ ਕੀ ਲੋਕਾਂ ਦੀ ਐਸਪੀਰੇਸ਼ਨਸ, ਲੋਕਾਂ ਦੇ ਜੋ ਮਤਲਬ ਕਿ ਲੋਕਾਂ ਦੇ ਜਿਹੜੇ ਸੁਪਨੇ ਹੈਗੇ ਨੇ ਉਹਨਾਂ ਨੂੰ ਕੀ ਅੱਗੇ ਕਰਦੇ ਨੇ। However, for this to happen in the true sense, people must choose right representative who fulfill the aspirations of the people or society, ਠੀਕ ਹੈ। ਤਾਂ ਕਿ ਇਸ ਚੀਜ਼ ਨੂੰ ਆਪਾਂ ਫੋਲੋ ਅਪ ਕਰਨ ਵਾਸਤੇ ਸਭ ਤੋਂ ਇੰਪੋਰਟੈਂਟ ਕੀ ਹੈ ਵੀ ਲੋਕ ਜਿਹੜੇ ਹੈਗੇ ਨੇ ਲੋਕਤੰਤਰ ਦੇ ਵਿੱਚ ਰਿਪਰੈਜ਼ੈਂਟੇਟਿਵ ਆਪਣਾ ਨੇਤਾ ਉਹ ਚੁਣਨ ਜਿਹੜਾ ਇਮਾਨਦਾਰ ਹੋਵੇ, ਜਿਹੜਾ ਲੋਕਾਂ ਪ੍ਰਤੀ ਇਮਾਨਦਾਰ ਹੋਵੇ, ਜਿਹੜਾ ਲੋਕਾਂ ਦੀ ਜਿਹੜੀ ਕਿ ਗੱਲਾਂ ਸੁਣੇ ਤਾਂ ਉਹਨਾਂ ਦੀ ਜਿਹੜੀ ਕਿ ਐਸਪੀਰੇਸ਼ਨ ਨੂੰ ਫੁਲਫਿਲ ਕਰਨ ਵਾਸਤੇ ਆਪਦੇ ਜਿਹੜੀ ਕਿ ਸਾਰਾ ਜ਼ੋਰ ਲਗਾ ਦੇ, ਉਸ ਪਰਸਨ ਨੂੰ ਚੁਣਨਾ ਚਾਹੀਦਾ ਹੈ। ਇਹ ਨਹੀਂ ਗਾ ਵੀ ਆਪਾਂ ਧਰਮ ਦੇ ਨਾਮ 'ਤੇ ਜਾਂ ਫਿਰ ਕਿ ਆਪਣੀ ਸੁਸਾਇਟੀ ਦਾ ਪਰਸਨ ਹੈਗਾ ਜਾਂ ਆਪਣਾ ਇੱਕ ਰਿਲੇਟਿਵ ਹੈਗਾ, ਕਲੋਜ਼ ਹੈਗਾ, ਇਸ ਚੀਜ਼ ਨੂੰ ਨਹੀਂ ਰੱਖਣਾ। ਜਿਹੜਾ ਪਰਸਨ ਸਹੀ ਹੈ, ਜਿਹੜਾ ਪਰਸਨ ਐਕਚੁਅਲ ਦੇ ਵਿੱਚ ਆਪਣੀ ਜਿਹੜੀ ਸੁਸਾਇਟੀ ਨੂੰ ਸੁਧਾਰ ਸਕਦਾ, ਡਿਵੈਲਪ ਕਰ ਸਕਦਾ, ਉਸ ਪਰਸਨ ਨੂੰ ਕੀ ਆਪਾਂ ਜਿਹੜਾ ਹੈਗਾ ਚੁਣਨਾ ਚਾਹੀਦਾ, ਉਹਨੂੰ ਕੀ ਆਪਦਾ ਨੇਤਾ ਬਣਾਉਣਾ ਚਾਹੀਦਾ, ਤਾਂ ਹੀ ਡੈਮੋਕ੍ਰੇਸੀ ਜਿਹੜੀ ਹੈਗੀ ਸਫਲ ਹੈ, ਅਦਰਵਾਈਜ਼ ਨਹੀਂ ਹੈਗੀ। ਜੇ ਆਪਾਂ ਧਰਮ ਨੂੰ ਦੇਖ ਕੇ ਜਾਂ ਫਿਰ ਆਪਣੀ ਸੁਸਾਇਟੀ ਦਾ ਪਰਸਨ ਹੈਗਾ, ਰਿਲੇਟਿਵ ਹੈਗਾ ਜਾਂ ਫਿਰ ਕੋਈ ਵੀ ਜਿਹੜਾ ਹੈਗਾ ਫਰੈਂਡ ਹੈਗਾ, ਉਹਨੂੰ ਉਸ ਚੀਜ਼ ਨੂੰ ਆਪਾਂ ਦੇਖ ਕੇ ਆਪਾਂ ਵੋਟ ਪਾ ਰਹੇ ਹਾਂ, ਤਾਂ ਇਹਦਾ ਮਤਲਬ ਕੀ ਹੈਗਾ ਵੀ ਉਹ ਇਮਾਨਦਾਰ ਨਹੀਂ ਹੈਗਾ। ਫਿਰ ਵੀ ਜਿਹੜਾ ਹੈਗਾ ਆਪਾਂ ਉਹਨੂੰ ਵੋਟ ਪਾ ਰਹੇ ਹਾਂ, ਇਹਦਾ ਮਤਲਬ ਕੀ ਆਪਣੀ ਜਿਹੜੀ ਡੈਮੋਕ੍ਰੇਸੀ ਵੀਕ ਹੈਗੀ। ਅਤੇ ਡੈਮੋਕ੍ਰੇਸੀ ਨੂੰ ਆਪਾਂ ਕੀ ਸਟਰੋਂਗ ਕਰਨ ਵਾਸਤੇ ਆਪਾਂ ਨੂੰ ਕੀ ਹੈ ਵੀ ਇੱਕ ਸਟਰੋਂਗ ਲੀਡਰ ਚੁਣਨਾ ਚਾਹੀਦਾ, ਜਿਹੜਾ ਕੀ ਹੈਗਾ ਬਿਨਾਂ ਕਿਸੇ ਨੂੰ ਮੱਦੇਨਜ਼ਰ ਰੱਖਦੇ ਆਪ ਦਾ ਜਿਹੜਾ ਹੈਗਾ ਸੁਸਾਇਟੀ ਵੱਲ ਜਿਹੜਾ ਹੈਗਾ ਧਿਆਨ ਦੇਵੇ। ਹੁਣ ਇਹਦੇ ਵਿੱਚ ਕੀ ਹੈ ਇਨਡਾਇਰੈਕਟ ਡੈਮੋਕ੍ਰੇਸੀ ਨੂੰ ਫੋਲੋ ਅਪ ਕਰਨ ਵਾਸਤੇ, ਇਨਡਾਇਰੈਕਟ ਡੈਮੋਕ੍ਰੇਸੀ ਨੂੰ ਆਪਾਂ ਕੀ ਸਕਸੈਸਫੁਲ ਬਣਾਉਣ ਵਾਸਤੇ ਕੁਛ ਜਿਹੜੇ ਹੈਗੇ ਨੇ ਚੀਜ਼ਾਂ ਜਿਹੜੀਆਂ ਰੋਲ ਅਦਾ ਕਰਦੀਆਂ ਨੇ, ਕੀ ਹੈ ਯੂਨੀਵਰਸਲ ਅਡਲਟ ਫਰੈਂਚਾਈਜ਼, ਠੀਕ ਹੈ। ਹੁਣ ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਮਤਲਬ ਕੀ ਹੈ ਵੀ ਹਰੇਕ ਪਰਸਨ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ, ਬਟ ਉਹ ਪਰਸਨ ਕੀ ਹੋਣਾ ਚਾਹੀਦਾ 18 ਸਾਲ ਤੋਂ ਜਿਹੜਾ ਹੈਗਾ 18 ਸਾਲ ਜਾਂ 18 ਸਾਲ ਤੋਂ ਵੱਧ ਦਾ ਹੋਣਾ ਚਾਹੀਦਾ। ਜਿਹੜਾ 18 ਸਾਲ ਜਾਂ 18 ਸਾਲ ਤੋਂ ਵੱਧ ਦਾ ਹੁੰਦਾ ਉਹਨੂੰ ਕੀ ਜਿਹੜਾ ਹੈਗਾ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ। ਅੱਗੇ ਹੈਗਾ ਪੀਰੀਓਡਿਕ ਇਲੈਕਸ਼ਨਸ, ਠੀਕ ਹੈ। ਸਮੇਂ ਬਾਅਦ ਜਿਹੜਾ ਹੈਗਾ ਇੱਕ ਪੂਰੇ ਫਿਕਸ ਟੈਨਿਓਰ ਬਾਅਦ ਕੀ ਆਪਾਂ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ, ਜਿਵੇਂ ਆਪਣੇ ਇੰਡੀਆ ਦੇ ਵਿੱਚ ਕੀ 5 ਸਾਲ ਬਾਅਦ ਇਲੈਕਸ਼ਨਸ ਹੁੰਦੇ ਨੇ, ਠੀਕ ਹੈ। ਅੱਗੇ ਗੱਲ ਆ ਗਈ ਰੂਲ ਆਫ ਲਾਅ। ਰੂਲ ਆਫ ਲਾਅ ਜਿਹੜਾ ਹੈਗਾ ਆਪਾਂ ਕਰਾਂਗੇ ਫੰਡਾਮੈਂਟਲ ਰਾਈਟਸ ਦੇ ਵਿੱਚ, ਜਿੱਥੇ ਕੀ ਹੈਗਾ ਕਾਨੂੰਨ ਦਾ ਰਾਜ ਹੁੰਦਾ ਹੈ, ਉਹ ਜਿਹੜਾ ਹੈਗਾ ਉੱਥੇ ਡੈਮੋਕ੍ਰੇਸੀ ਹੁੰਦੀ ਹੀ ਹੁੰਦੀ ਹੈ, ਠੀਕ ਹੈ। ਉਹ ਕਿਵੇਂ ਹੁੰਦੀ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਫੰਡਾਮੈਂਟਲ ਰਾਈਟਸ ਦੇ ਵਿੱਚ, ਮੌਲਿਕ ਅਧਿਕਾਰਾਂ ਦੇ ਵਿੱਚ, ਉੱਥੇ ਆਪਾਂ ਤੁਹਾਨੂੰ ਦੱਸਾਂਗੇ ਰੂਲ ਆਫ ਲਾਅ ਦਾ ਮਤਲਬ ਕੀ ਹੈ। ਅੱਗੇ ਹੈਗਾ ਇੰਡੀਪੈਂਡੈਂਸ ਆਫ ਜੁਡੀਸ਼ਰੀ, ਠੀਕ ਹੈ। ਜਿੱਥੇ ਕੀ ਹੈ ਜੁਡੀਸ਼ਰੀ ਨਿਆਂਪਾਲਿਕਾ ਆਜ਼ਾਦ ਹੁੰਦੀ ਹੈ, ਉੱਥੇ ਕੀ ਜਿਹੜਾ ਹੈਗਾ ਲੋਕਤੰਤਰ ਹੁੰਦਾ ਹੈ। ਐਂਡ ਐਬਸੈਂਸ ਆਫ ਡਿਸਕ੍ਰਿਮੀਨੇਸ਼ਨ ਔਨ ਸਰਟਨ ਗਰਾਊਂਡਸ ਆਰ ਦਾ ਮੈਨੀਫੈਸਟੇਸ਼ਨ। ਉਹ ਮਤਲਬ ਕੀ ਹੈ ਡਿਸਕ੍ਰਿਮੀਨੇਸ਼ਨ ਮਤਲਬ ਭੇਦਭਾਵ ਕਰਨਾ,
ਕਿਸੇ ਵੀ ਪਰਸਨ ਨਾਲ ਭੇਦਭਾਵ ਨਹੀਂ ਕਰਨਾ, ਚਾਹੇ ਉਹ ਕੀ ਹੈ ਜੈਂਡਰ ਬੇਸ 'ਤੇ ਵੀ ਨਹੀਂ ਭੇਦਭਾਵ ਕਰਨਾ, ਨਾ ਹੀ ਉਹਦੇ ਨਾਲ ਭੇਦਭਾਵ ਕਰਨਾ ਉਹ ਕੀ ਕਿਸੇ ਹੋਰ ਧਰਮ ਦਾ ਹੈਗਾ, ਬਰਥ ਪਲੇਸ 'ਤੇ ਜਾਂ ਕਿਸੇ ਵੀ ਬਿਹਾਵ 'ਤੇ ਆਪਾਂ ਕੀ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਾਂਗੇ। ਜਿੱਥੇ ਇਹ ਚੀਜ਼ਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਉੱਥੇ ਕੀ ਹੈ ਲੋਕਤੰਤਰ ਹੁੰਦਾ ਹੈ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ 5 ਐਸਪੀਰੇਸ਼ਨਸ ਪ੍ਰੀਐਮਬਲ ਦੀਆਂ 5 ਐਸਪੀਰੇਸ਼ਨਸ ਤੁਹਾਨੂੰ ਸਮਝ ਲੱਗ ਗਈਆਂ ਹੋਣਗੀਆਂ। ਸੋ ਥੈਂਕ ਯੂ ਗਾਈਜ਼ for watching my lecture. Please like and share this video if you like the video, and please subscribe my channel Mr. Singh Educations. Thank you guys. Bye bye guys.